ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਕੁਝ ਦਿਨ ਤੋਂ ਜੈਤਸਰੀ ਦੀ ਵਾਰ ਦੀ ਵਿਚਾਰ ਸਾਂਝੀ ਕਰਕੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 6 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ ਅਸੀਂ 7ਵੀਂ ਪੌੜੀ ਦੀ ਵਿਚਾਰ ਸਾਂਝੀ ਕਰਾਂਗੇ। ਇਸ ਪੌੜੀ ਦੇ ਨਾਲ ਸ਼ਲੋਕ ਵੀ ਸਾਹਿਬ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਹੀ ਹਨ। ਅੱਜ ਦੇ ਜਿਸ ਸ਼ਲੋਕ ਦੀ ਵਿਚਾਰ ਆਰੰਭ ਕਰ ਰਹੇ ਹਾਂ, ਇਹ ਸ਼ਲੋਕ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 707 ਤੋਂ ਆਰੰਭ ਹੁੰਦਾ ਹੈ। ਸ਼ਲੋਕ ਚਰਨ ਕਮਲ ਬਿਰਹੰ ਖੋਜੰਤ ਬੈਰਾਗੀ ਦਹਿ ਦਿਸਹਿ त्यागंत कपट रूप माया नानक आनंद रूप साध संगमह। इस पावन श्लोक राही गुरुदेव पातशाह जी ने प्रभु परमात्मा दे जो प्यारे ने उन्हां दी विचार, उन्हां दे प्यार दी गल साडे सामने रखी है कि जो प्रभु नाल प्यार करन वाले ने, रब्बी रजा विच तुरन वाले ने, रब्बी गुणां दे नाल प्रीत पाण वाले ने, उन्हां दी जीवन शैली कैसी है। चरण कमल बिरहं दा भाव है प्रभु दे सोहणे चरनां दे बिरहों विच यानी प्यार विच। खोजंत दा मतलब खोजदे ने, बैरागी दा मतलब वैरागवान, आशिक, प्रेमी। दह दिसे दा मतलब दसी पासी, भाव पूरे जगत अंदर। कि हे नानक प्रभु दा प्रेमी, प्रभु दे सोहणे चरनां नाल जुड़न दी खिच विच दसी पासी फिरदा है, भौंदा है, विचरदा है। दसी पासी दा मतलब सारे संसार विच, यानी वो सारे संसार विच विचरदा है, लेकिन प्रभु दे चरण कमलां दे प्यार विच। संसार दे अंदर रह रहा है, संसार दे अंदर जी रहा है, लेकिन जिधर भी जांदा है, जिधर भी विचरदा है, ਉਹਦੇ ਜੀਵਨ ਦੇ ਅੰਦਰ, ਉਹਦੇ ਮਨ ਬਚਨ ਕਰਮ ਦੇ ਅੰਦਰ ਪ੍ਰਭੂ ਦੇ ਗੁਣਾਂ ਦੀ ਪ੍ਰੀਤ ਹੈ। ਚਰਨ ਕਮਲਾਂ ਦਾ ਮਤਲਬ ਪ੍ਰਭੂ ਦੀ ਰਜ਼ਾ ਜਾਂ ਪ੍ਰਭੂ ਦੇ ਗੁਣ। ਉਹਦੇ ਜੀਵਨ ਵਿੱਚ, ਉਹਦੇ ਮਨ ਅੰਦਰ ਪ੍ਰਭੂ ਦੇ ਪਿਆਰ ਦਾ ਪ੍ਰਭੂ ਦਾ ਪਿਆਰ ਹੈ, ਪ੍ਰਭੂ ਦਾ ਵੈਰਾਗ ਹੈ, ਪ੍ਰਭੂ ਦੀ ਪ੍ਰੀਤ ਹੈ। ਤੇ ਨਾਲ ਉਹ ਕੀ ਕਰਦਾ ਹੈ, ਤਿਆਗੰਤ ਕਪਟ ਰੂਪ ਮਾਇਆ ਨਾਨਕ ਆਨੰਦ ਰੂਪ ਸਾਧ ਸੰਗਮੈ। कपट रूप, कपट का मतलब छल, ते साध संगमह का मतलब गुरु की संगत, गुरु की शरण। गुरु पातशाह जी पावन वचन करते ने कि वो जो प्रभु का प्यारा है वो गुरु की संगत विच टिकदा है, गुरु की शरण विच टिकदा है, ते जो छल रूप माया है ओदा वो त्याग कर दिंदा है। छल रूप माया का त्याग करदा है और गुरु की संगत विच रहिंदा है, गुरु की शरण विच रहिंदा है, भाव गुरु दे दसे राहां ते चलदा है। ये वैरागवान दा जीवन है। मतलब कि वो इस संसार नूं त्याग के भगौड़ा नहीं हुंदा, इस संसार नूं त्याग के भजदा नहीं, संसार दे अंदर विचरदा, रब्बी गुणां दे नाल प्रीत पांदा और छल रूप माया दा त्याग कर दिंदा है। माया की है, ਇਹਦੇ ਬਾਰੇ ਅਸੀਂ ਹਰ ਰੋਜ਼ ਸਪਸ਼ਟ ਕਰ ਹੀ ਰਹੇ ਹਾਂ ਕਿ ਉਹ ਸੋਚ, ਜੋ ਸੋਚ ਸਾਨੂੰ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਸਤਿਕਾਰ ਨਹੀਂ ਕਰਨ ਦਿੰਦੀ, ਉਹ ਸੋਚ ਜੋ ਇਨਸਾਨ ਨੂੰ ਕਰਨੀ ਔਰ ਕਥਨੀ ਦਾ ਇੱਕ ਨਹੀਂ ਹੋਣ ਦਿੰਦੀ, ਔਰ ਉਹ ਸੋਚ ਜਿਸ ਰਾਹੀਂ ਇਹਦੇ ਅੰਦਰ ਸੈਲਫਿਸ਼ਨੈਸ ਜਾਂ ਮੋਹ ਆਦਿ ਪੈਦਾ ਹੁੰਦਾ ਹੈ, ਰੱਬ ਦਾ ਪਿਆਰਾ ਉਸ ਸੋਚ ਦਾ ਤਿਆਗ ਕਰ ਦਿੰਦਾ ਹੈ ਔਰ ਗੁਰੂ ਦੇ ਦੱਸੇ ਰਾਹਾਂ ਤੇ ਚੱਲਦਾ ਹੈ। मन साई मुख उचरा वत्ता हब्बे लो। उचरा और वत्ता नहीं पढ़ना, इन्हां दोवां शब्दां ते बिंदी दा उच्चारण करांगे। मन साई मुख उचरा वत्ता हब्बे लो। मन दा मतलब मन विच, मुख दे खखे नाल सिहारी करके मतलब इहदा हो गया मूंह नाल। वत्तां दा मतलब पाउंदा हां, हब्बे लो का मतलब सारे लोकां विच यानी सारे जगत अंदर। गुरु पातशाह जी कहते हैं मैं सारे संसार दे अंदर विचरदा हां,
ਲੇਕਿਨ ਮੇਰੇ ਮਨ ਦੇ ਅੰਦਰ ਸਾਈਂ ਹੈ ਔਰ ਮੁਖ ਦੇ ਰਾਹੀਂ ਮੈਂ ਪ੍ਰਭੂ ਦਾ ਯਸ਼ ਉਚਾਰਨ ਕਰਦਾ ਹਾਂ। ਯਾਨੀ ਮਨ ਦੇ ਅੰਦਰ, ਸੋਚ ਦੇ ਅੰਦਰ ਮਾਲਕ ਹੈ ਔਰ ਮੁਖ ਰਾਹੀਂ, ਜ਼ਬਾਨ ਰਾਹੀਂ ਮੈਂ ਪ੍ਰਭੂ ਦੀ ਸਿਫਤ ਸਲਾਹ ਕਰਦਾ ਹਾਂ ਔਰ ਸਾਰੇ ਜਗਤ ਦੇ ਅੰਦਰ ਮੈਂ ਵਿਚਰਦਾ ਹਾਂ। ਯਾਨੀ ਅਸੀਂ ਸੰਸਾਰ ਵਿੱਚ ਵਿਚਰਨਾ ਹੈ, ਸੰਸਾਰ ਅੰਦਰ ਜ਼ਿੰਦਗੀ ਜੀਣੀ ਹੈ, ਸੰਸਾਰ ਨੂੰ ਤਿਆਗ ਕੇ ਨਹੀਂ ਭੱਜਣਾ। ਲੇਕਿਨ ਜੀਣ ਦਾ ਜੋ ਢੰਗ ਹੈ ਉਹ ਇਹ ਹੈ ਕਿ ਮਾਨਸਿਕਤਾ ਦੇ ਅੰਦਰ ਰੱਬੀ ਗੁਣ ਹੋਣ, ਸੋਚ ਦੇ ਅੰਦਰ ਰੱਬੀ ਗੁਣ ਵਸੇ ਹੋਣ ਤੇ ਜ਼ਬਾਨ ਰਾਹੀਂ ਵੀ ਰੱਬੀ ਗੁਣਾਂ ਦਾ ਹੀ ਉਚਾਰਨ ਕੀਤਾ ਜਾਏ, ਰੱਬ ਦੀ ਸਿਫਤ ਸਲਾਹ ਕੀਤੀ ਜਾਏ। ਯਾਨੀ ਮਨ, ਬਚਨ ਔਰ ਕਰਮ ਕਰਕੇ ਰੱਬੀ ਗੁਣਾਂ ਦਾ ਧਾਰਨੀ ਹੋਇਆ ਜਾਏ। ਨਾਨਕ ਹਬ ਅਡੰਬਰ ਕੂੜਿਆ, ਸੁਣ ਜੀਵਾਂ ਸੱਚੀ ਸੋਏ। ਨਾਨਕ ਤੇ ਥੋੜਾ ਜਿਹਾ ਰੁਕਣਾ ਹੈ। ਨਾਨਕ ਹਬ ਅਡੰਬਰ ਕੂੜਿਆ, ਸੁਣ ਜੀਵਾਂ ਸੱਚੀ ਸੋਏ। ਸੋਏ ਦਾ ਮਤਲਬ ਕਨਸੋ, ਖਬਰ, ਸ਼ੋਭਾ। ਹੱਬੇ ਦਾ ਮਤਲਬ ਸਾਰੇ, ਕੂੜਿਆ ਦਾ ਮਤਲਬ ਨਾਸ਼ਵੰਤ ਤੇ ਅਡੰਬਰ ਦਾ ਮਤਲਬ ਜਿੰਨੇ ਵੀ ਵਿਖਾਵੇ ਨੇ। ਗੁਰੂ ਸਾਹਿਬ ਜੀ ਕਹਿੰਦੇ ਨੇ ਜਗਤ ਵਾਲੇ ਜਿੰਨੇ ਵੀ ਵਿਖਾਵੇ ਨੇ ਉਹ ਸਾਰੇ ਮੈਨੂੰ ਨਾਸ਼ਵੰਤ ਦਿਸਦੇ ਨੇ। ਜੋ ਵੀ ਵਿਖਾਵੇ ਦੇ ਕਰਮ ਨੇ, ਧਰਮ ਦੇ ਨਾਮ ਤੇ ਕਿੰਨੇ ਅਸੀਂ ਵਿਖਾਵੇ ਦੇ ਕਰਮ ਕਰਦੇ ਹਾਂ। ਕੋਈ ਤੀਰਥਾਂ ਤੇ ਨਹਾਉਂਦਾ ਹੈ, ਵਰਤ ਨਰਾਤੇ ਸਰਾਧ ਆਦਿਕ ਨੇ, ਜਪ ਤਪ ਸੰਜਮ ਹੈ, ਪੂਜਾ ਅਰਚਨਾ ਹੈ ਵਿਖਾਵੇ ਦੀ, ਵਿਖਾਵੇ ਦੀਆਂ ਸਮਾਧੀਆਂ ਨੇ, ਬਾਹਰੀ ਭੇਖ ਹੈ, ਸੰਸਾਰ ਨੂੰ ਛੱਡ ਕੇ ਜੰਗਲਾਂ ਵਿੱਚ ਵਿਚਰਨਾ ਹੈ, ਹੋਰ ਧੂਪ ਬੱਤੀਆਂ ਤੇ ਪੂਜਾ ਅਰਚਨਾ, ਕਿੰਨਾ ਕੁਛ ਲੋਕ ਵਿਖਾਵੇ ਦੇ ਕਰਮ ਕਰ ਰਹੇ ਨੇ। ਇਹ ਸਾਰੇ ਜੋ ਅਡੰਬਰ ਨੇ ਇਹਨਾਂ ਦਾ ਕੋਈ ਮੁੱਲ ਨਹੀਂ ਹੈ, ਇਹਨਾਂ ਦੀ ਕੋਈ ਕੀਮਤ ਨਹੀਂ, ਵਿਅਰਥ ਨੇ। ਐਸੇ ਜੋ ਕਰਮ ਨੇ ਉਹ ਜੀਵਨ ਦੇ ਅੰਦਰ ਕਦੇ ਵੀ ਆਤਮਿਕ ਉੱਚਤਾ ਨਹੀਂ ਪੈਦਾ ਕਰਦੇ। ਐਸੇ ਕਰਮ ਕਰਨ ਦੇ ਨਾਲ ਜੀਵਨ ਵਿੱਚ ਇਨਸਾਨੀਅਤ ਪੈਦਾ ਨਹੀਂ ਹੁੰਦੀ। ਇਨਸਾਨੀਅਤ ਪੈਦਾ ਹੁੰਦੀ ਹੈ ਸ਼ੁਭ ਗੁਣਾਂ ਦੇ ਨਾਲ। ਸੁਖ ਸ਼ਾਂਤੀ ਆਨੰਦ ਖੇੜਾ ਬਣਦਾ ਹੈ ਰੱਬੀ ਰਜਾ ਵਿੱਚ ਤੁਰਿਆ, ਰੱਬੀ ਗੁਣਾਂ ਦੇ ਧਾਰਨੀ ਹੋਇਆ। ਸਮਾਜ ਸੋਹਣਾ ਔਰ ਸੁੰਦਰ ਬਣ ਸਕਦਾ ਹੈ ਜੇ ਮਨੁੱਖ ਮਨ ਬਚਨ ਕਰਮ ਕਰਕੇ ਸੱਚ ਦਾ ਧਾਰਨੀ ਹੋਵੇ ਔਰ ਜੀਵਨ ਦੇ ਅੰਦਰ ਪ੍ਰੇਮ ਪੈਦਾ ਕਰੇ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਹੋਰ ਜਿੰਨੇ ਵੀ ਵਿਖਾਵੇ ਦੇ ਅਡੰਬਰ ਨੇ ਸਾਰੇ ਨਾਸ਼ਵੰਤ ਨੇ। ਸੁਣ ਜੀਵਾਂ ਸੱਚੀ ਸੋਏ। ਜਦੋਂ ਮੈਂ ਪ੍ਰਭੂ ਦੀ ਸਿਫਤ ਸਲਾਹ ਸੁਣਦਾ ਹਾਂ ਤਾਂ ਮੈਂ ਜਿਉਂ ਪੈਂਦਾ ਹਾਂ, ਮੈਨੂੰ ਜੀਵਨ ਮਿਲਦਾ ਹੈ। ਆਖਾਂ ਜੀਵਾਂ ਵਿਸਰੇ ਮਰ ਜਾਓ ਵਾਲੀ ਅਵਸਥਾ ਹੈ। ਸੁਣ ਜੀਵਾਂ, ਜਦੋਂ ਮੈਂ ਰੱਬ ਦੀ ਸਿਫਤ ਸਲਾਹ ਸੁਣਦਾ ਹਾਂ, ਜਦੋਂ ਮੈਂ ਸੱਚ ਸੁਣਦਾ ਹਾਂ, ਜਦੋਂ ਮੈਂ ਗੁਣਾਂ ਦੀ ਗੱਲ ਸੁਣਦਾ ਹਾਂ, ਉਦੋਂ ਮੈਂ ਜਿਉਂ ਪੈਂਦਾ ਹਾਂ। ਅਸਲ ਦੇ ਅੰਦਰ ਉਦੋਂ ਮੈਨੂੰ ਆਤਮਿਕ ਜੀਵਨ ਮਿਲਦਾ ਹੈ। ਯਾਨੀ ਜਦੋਂ ਅਸੀਂ ਸੱਚ ਸੁਣ ਰਹੇ ਹੁੰਦੇ ਹਾਂ ਉਦੋਂ ਵਾਸਤਵ ਦੇ ਵਿੱਚ ਅਸੀਂ ਜੀ ਰਹੇ ਹੁੰਦੇ ਹਾਂ, ਜਦੋਂ ਮਨ ਕਰਕੇ ਸੱਚ ਸੁਣਦੇ ਹਾਂ। ਪਰ ਜਦੋਂ ਅਸੀਂ ਝੂਠ, ਫਰੇਬ, ਨਿੰਦਾ, ਚੁਗਲੀ ਸੁਣ ਰਹੇ ਹੁੰਦੇ ਹਾਂ ਮਨ ਕਰਕੇ, ਉਦੋਂ ਸਾਡੇ ਅੰਦਰੋਂ ਇਨਸਾਨੀਅਤ ਮਰ ਚੁੱਕੀ ਹੁੰਦੀ ਹੈ, ਇਨਸਾਨ ਅੰਦਰੋਂ ਮਰ ਚੁੱਕਾ ਹੁੰਦਾ ਹੈ। ਆਤਮਿਕ ਜੀਵਨ ਜਿਹੜਾ ਹੈ ਉਦੋਂ ਖਤਮ ਹੋ ਗਿਆ ਹੁੰਦਾ ਹੈ। ਇਸ ਲਈ ਗੁਰੂ ਜੀ ਸਾਨੂੰ ਸਮਝਾ ਰਹੇ ਹਨ ਕਿ ਜਿੰਨੇ ਵੀ ਆ ਵਿਖਾਵੇ ਤੇ ਕਰਮ ਨੇ ਇਹ ਵਿਅਰਥ ਨੇ। ਜ਼ਬਾਨ ਦੇ ਨਾਲ ਰੱਬੀ ਗੁਣਾਂ ਨੂੰ ਗਾਣਾ, ਬਿਹੇਵੀਅਰ ਦੇ ਅੰਦਰ ਰੱਬੀ ਗੁਣਾਂ ਦੇ ਧਾਰਨੀ ਹੋਣਾ, ਔਰ ਜਦੋਂ ਸੁਣਨਾ ਤਾਂ ਉਦੋਂ ਸੱਚ ਔਰ ਪ੍ਰਭੂ ਦੀ ਸਿਫਤ ਸਲਾਹ ਸੁਣਨੀ ਹੀ ਅਸਲੀ ਜੀਵਨ ਹੈ, ਅਸਲੀ ਜ਼ਿੰਦਗੀ ਹੈ। ਪੌੜੀ। ਬਸਤਾ ਟੂਟੀ ਝੁੰਪੜੀ, ਚੀਰ ਸਭ ਛਿੰਨਾ। ਝੁੰਪੜੀ ਦਾ ਮਤਲਬ ਝੌਂਪੜੀ, ਕੁੱਲੀ, ਝੁੱਗੀ। ਚੀਰ ਦਾ ਮਤਲਬ ਕੱਪੜੇ, ਛਿੰਨਾ ਦਾ ਮਤਲਬ ਪਾਟੇ ਹੋਏ। ਗੁਰੂ ਜੀ ਕਹਿੰਦੇ ਨੇ ਜੇ ਕੋਈ ਮਨੁੱਖ ਟੁੱਟੀ ਕੁੱਲੀ ਦੇ ਵਿੱਚ ਵਸਦਾ ਹੋਵੇ, ਟੁੱਟੀ ਝੁੱਗੀ ਵਿੱਚ ਵਸਦਾ ਹੋਵੇ, ਤੁਸੀਂ ਦੇਖਿਆ ਹੋਣਾ ਲੋਕਾਂ ਨੇ ਝੌਂਪੜੀਆਂ ਪਾਈਆਂ ਹੁੰਦੀਆਂ ਸੜਕਾਂ ਦੇ ਕਿਨਾਰਿਆਂ ਦੇ ਉੱਤੇ, ਤੇ ਉਹ ਝੌਂਪੜੀ ਵੀ ਟੁੱਟੀ ਭੱਜੀ ਹੋਵੇ। ਚੀਰ ਸਭ ਛਿੰਨਾ, ਕੱਪੜੇ ਵੀ ਪਾਟੇ ਹੋਣ। ਜੇ ਕੋਈ ਮਨੁੱਖ ਟੁੱਟੀ ਹੋਈ ਕੁੱਲੀ ਵਿੱਚ ਰਹਿੰਦਾ ਹੋਵੇ ਔਰ ਉਹਦੇ ਸਾਰੇ ਬਸਤਰ, ਕੱਪੜੇ ਆਦਿਕ ਵੀ ਫਟੇ ਹੋਣ। ਜਾਤ ਨਾ ਪਤ ਨਾ ਆਦਰੋ, ਉਦਿਆਨ ਪ੍ਰਮਿੰਨਾ। ਇਹਨੂੰ ਪਰ ਮਿੰਨਾ ਨਹੀਂ ਪੜਨਾ, ਪੱਬੇ ਦੇ ਪੈਰ ਥੱਲੇ ਅੱਧਾ ਰਾਰਾ ਬੁਲਾਣਾ ਹੈ, ਪ੍ਰਮਿੰਨਾ। ਜਾਤ ਨਾ ਪਤ ਨਾ ਆਦਰੋ, ਉਦਿਆਨ ਪ੍ਰਮਿੰਨਾ। ਔਰ ਇਹਨੂੰ ਪਤ
ਪੋਲਾ ਨਹੀਂ ਪੜਨਾ, ਪੱਤ ਪੜਨਾ ਹੈ। ਪੱਤ ਦਾ ਮਤਲਬ ਇੱਜ਼ਤ, ਉਦਿਆਨ ਦਾ ਮਤਲਬ ਜੰਗਲ, ਪਰ ਮਹੀਨਾ ਦਾ ਮਤਲਬ ਭਟਕਣਾ। ਗੁਰੂ ਜੀ ਕਹਿੰਦੇ ਨੇ ਪਾਟੇ ਕੱਪੜੇ ਹੋਣ ਕਿਸੇ ਦੇ, ਟੁੱਟੀ ਦੀ ਝੁੱਗੀ ਵਿੱਚ ਵਸਦਾ ਹੋਵੇ, ਨਾ ਉਹਦੀ ਅਖੌਤੀ ਉੱਚੀ ਜਾਤ ਹੋਵੇ, ਤੇ ਨਾ ਹੀ ਕੋਈ ਉਹਨੂੰ ਇੱਜ਼ਤ ਮਾਣ ਆਦਰ ਦਿੰਦਾ ਹੋਵੇ, ਤੇ ਉਹ ਉਜਾੜ ਵਿੱਚ ਭਟਕਦਾ ਹੋਵੇ। ਭਾਵ ਕਿਤੇ ਇੱਜ਼ਤ ਆਦਰ ਨਾ ਹੋਣ ਕਰਕੇ ਉਹਦੇ ਭਾਅ ਦਾ ਇਹ ਸੰਸਾਰ ਸਾਰਾ ਉਜਾੜ ਹੀ ਹੈ ਨਾ। ਜਿਸ ਬੰਦੇ ਨੂੰ ਇੱਜ਼ਤ ਨਹੀਂ ਮਿਲਣੀ, ਮਾਣ ਨਹੀਂ ਮਿਲਣਾ, ਕੱਪੜੇ ਜਿਹਦੇ ਪਾਟੇ ਨੇ, ਝੁੱਗੀ ਜਿਹਦੀ ਟੁੱਟੀ ਹੋਈ ਹੈ, ਉਹਦੇ ਵਾਸਤੇ ਸੰਸਾਰ ਜੰਗਲ ਹੀ ਹੋ ਗਿਆ, ਉਦਿਆਨ ਹੀ ਹੋ ਗਿਆ। ਉਹ ਜੰਗਲ ਦੇ ਅੰਦਰ ਵਿਚਰਨ ਵਾਲੇ ਲੋਕਾਂ ਦੀ ਤਰ੍ਹਾਂ ਰਹਿੰਦਾ ਹੋਵੇ। ਮਿੱਤਰ ਨਾ ਇੱਠ, ਇੱਠ ਤੇ ਵਿਸਰਾਮ ਲਗਾਣਾ ਹੈ। ਮਿੱਤਰ ਨਾ ਇੱਠ, ਧਨ ਰੂਪਹੀਣ, ਕਿਛ ਸਾਕ ਨਾ ਸਿੰਨਾ। ਸਿੰਨਾ ਦਾ ਮਤਲਬ ਸੈਣ, ਸੰਬੰਧੀ, ਰਿਸ਼ਤੇਦਾਰ। ਇੱਠ ਦਾ ਮਤਲਬ ਪਿਆਰਾ। ਮਿੱਤਰ ਨਾ ਇੱਠ, ਕੋਈ ਉਹਦਾ ਪਿਆਰਾ ਮਿੱਤਰ ਨਾ ਹੋਵੇ। ਜਿਵੇਂ ਆਮ ਬੰਦਾ ਕਹਿੰਦਾ ਨਾ ਮੇਰੇ ਇੰਨੇ ਸਾਰੇ ਮਿੱਤਰ ਨੇ, ਫਲਾਂ ਬੰਦਾ ਮੇਰਾ ਬੈਸਟ ਫਰੈਂਡ ਹੈ, ਪਿਆਰਾ ਮਿੱਤਰ ਹੈ, ਉਹਦਾ ਕੋਈ ਪਿਆਰਾ ਮਿੱਤਰ ਵੀ ਨਾ ਹੋਵੇ। ਧਨ ਰੂਪਹੀਣ, ਨਾ ਉਹਦੇ ਕੋਲ ਧਨ ਹੋਵੇ, ਦੌਲਤ ਹੋਵੇ, ਗਰੀਬ ਹੋਵੇ, ਨਾ ਹੀ ਰੂਪ ਹੋਵੇ, ਨੈਣ ਨਕਸ਼ ਵੀ ਚੰਗੇ ਸੋਹਣੇ ਨਾ ਹੋਣ ਜਿਹਨੂੰ ਲੋਕ ਸੋਹਣਾ ਕਹਿੰਦੇ ਨੇ। ਕਿਤ ਸਾਕ ਨਾ ਸਿੰਨਾ, ਤੇ ਨਾ ਉਹਦਾ ਕੋਈ ਸਾਕ ਸਹਿਣ ਹੋਵੇ, ਨਾ ਉਹਦਾ ਕੋਈ ਰਿਸ਼ਤੇਦਾਰ ਹੋਵੇ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਰਾਜਾ ਸਗਲੀ ਸ੍ਰਿਸ਼ਟ ਕਾ, ਹਰ ਨਾਮ ਮਨ ਭਿੰਨਾ। ਭਿੰਨਾ ਦਾ ਮਤਲਬ ਭਿੱਜਾ ਹੋਇਆ। ਅਜਿਹਾ ਨਿਥਾਵਾਂ ਔਰ ਗਰੀਬ ਹੁੰਦਿਆਂ ਹੋਇਆਂ ਵੀ ਜੇ ਉਹਦਾ ਮਨ ਪ੍ਰਭੂ ਪ੍ਰੇਮ ਦੇ ਨਾਲ ਭਿੱਜਾ ਹੋਇਆ ਹੈ, ਜੇ ਉਹਦੀ ਸੋਚ, ਮਨ ਔਰ ਬਚਨ ਕਰਮ ਵਿੱਚ ਰੱਬੀ ਗੁਣ ਨੇ, ਤਾਂ ਗੁਰੂ ਜੀ ਕਹਿੰਦੇ ਨੇ ਉਹਨੂੰ ਸਾਰੀ ਦੁਨੀਆ ਦਾ ਰਾਜਾ ਸਮਝੋ, ਉਹਨੂੰ ਸਾਰੀ ਦੁਨੀਆ ਦਾ ਬਾਦਸ਼ਾਹ ਸਮਝੋ। ਉਹ ਸਾਰੀ ਦੁਨੀਆ ਤੋਂ ਮਹਾਨ ਹੈ। ਬੇਸ਼ੱਕ ਉਹਦੇ ਕੋਲ ਚੰਗੇ ਕੱਪੜੇ ਨਹੀਂ, ਬੇਸ਼ੱਕ ਉਹਦੇ ਕੋਲ ਰਹਿਣ ਵਾਸਤੇ ਚੰਗਾ ਮਕਾਨ ਨਹੀਂ, ਝੁੱਗੀ ਵਿੱਚ ਵਸਦਾ ਹੈ, ਬੇਸ਼ੱਕ ਉਹਦਾ ਕੋਈ ਆਦਰ ਸਤਿਕਾਰ ਮਾਨ ਨਹੀਂ ਕਰਦਾ, ਪਰ ਜੇ ਮਨ, ਬਚਨ ਔਰ ਕਰਮ ਕਰਕੇ ਗੁਣਾਂ ਦਾ ਧਾਰਨੀ ਹੈ ਨਾ, ਤਾਂ ਉਹ ਇਨਸਾਨ ਸਾਰੇ ਦੁਨੀਆ ਦਾ ਰਾਜਾ ਹੈ। ਉਹ ਸਭ ਤੋਂ ਮਹਾਨ ਹੈ, ਉਹ ਉੱਚਾ ਹੈ, ਉਹ ਸੁੱਚਾ ਹੈ। ਕਿਉਂਕਿ ਕੀਮਤ ਜਿਹੜੀ ਹੈ ਉਹ ਗੁਣਾਂ ਦੀ ਹੁੰਦੀ ਹੈ, ਕੀਮਤ ਇਨਸਾਨੀਅਤ ਦੀ ਹੁੰਦੀ ਹੈ, ਕੀਮਤ ਉੱਚੀ ਸੁੱਚੀ ਸੋਚ ਦੀ ਹੁੰਦੀ ਹੈ। ਨਹੀਂ ਤੇ ਚੰਗੇ ਕੱਪੜੇ ਤੇ ਅਬੂਤਾਂ ਨੇ ਵੀ ਪਾਏ ਹੁੰਦੇ ਨੇ। ਇਸ ਲਈ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ। ਦੂਜੇ ਪਾਸੇ ਜੇ ਕੋਈ ਬਹੁਤ ਅਮੀਰ ਹੋਵੇ, ਬੜੇ ਕੀਮਤੀ ਕੱਪੜੇ ਹੋਣ, ਚੰਗੇ ਉਹਦੇ ਮਹਿਲ ਮਾੜੀਆਂ ਹੋਣ, ਲੇਕਿਨ ਜੇ ਉਹਦੇ ਅੰਦਰ ਇਨਸਾਨੀਅਤ ਨਹੀਂ, ਜੇ ਉਹਦੇ ਅੰਦਰ ਰੱਬੀ ਗੁਣ ਨਹੀਂ, ਤਾਂ ਉਹਨੂੰ ਇਨਸਾਨ ਨਹੀਂ ਕਿਹਾ ਜਾ ਸਕਦਾ। ਕਿਉਂਕਿ ਉਹ ਲੋਕਾਂ ਦੀ ਲੁੱਟਮਾਰ ਕਰਦਾ, ਬੇਗਾਨੇ ਹੱਕ ਖਾਂਦਾ, ਸੰਸਾਰ ਵਿੱਚ ਅਤਿਆਚਾਰ ਕਰਦਾ, ਅਪਰਾਧ ਕਰਦਾ, ਦੁਨੀਆ ਨੂੰ ਦੁਖੀ ਕਰਨ ਵਾਲਾ ਹੁੰਦਾ। ਤਾਂ ਗੁਰੂ ਪਾਤਸ਼ਾਹ ਜੀ ਇਸ ਪਾਵਨ ਸ਼ਲੋਕ ਔਰ ਪੌੜੀ ਰਾਹੀਂ ਸੰਸਾਰ ਨੂੰ ਔਰ ਮਨੁੱਖ ਮਾਤਰ ਨੂੰ ਉਪਦੇਸ਼ ਦੇ ਰਹੇ ਨੇ ਕਿ ਭਲਿਓ ਆਪਣੇ ਜੀਵਨ ਦੇ ਅੰਦਰ ਰੱਬੀ ਗੁਣਾਂ ਦੀ ਪ੍ਰੀਤ ਪੈਦਾ ਕਰੋ, ਰੱਬੀ ਰਜ਼ਾ ਦੇ ਅੰਦਰ ਤੁਰੋ। ਰੱਬੀ ਗੁਣਾਂ ਦੇ ਵਿੱਚ ਹੀ ਮਹਾਨਤਾ, ਸੁਖ, ਸ਼ਾਂਤੀ, ਆਨੰਦ, ਖੇੜਾ ਔਰ ਪ੍ਰਸੰਨਤਾ ਹੈ। ਇਸकी ਧੂੜ ਮਨ ਉਧਰੈ, ਪ੍ਰਭ ਹੋਏ ਸੁਪ੍ਰਸੰਨਾ। ਉਧਰੈ ਦਾ ਮਤਲਬ ਵਿਕਾਰਾਂ ਤੋਂ ਬਚਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਐਸੇ ਮਨੁੱਖ ਦੀ ਚਰਨਾਂ ਦੀ ਧੂੜ ਲੈ ਕੇ ਮਨ ਵਿਕਾਰਾਂ ਤੋਂ ਬਚ ਜਾਂਦਾ ਹੈ। ਪ੍ਰਭ ਹੋਏ ਸੁਪ੍ਰਸੰਨਾ, ਤੇ ਰੱਬ ਵੀ ਪ੍ਰਸੰਨ ਹੁੰਦਾ ਹੈ, ਰੱਬ ਦੀ ਵੀ ਖੁਸ਼ੀ ਮਿਲਦੀ ਹੈ। ਹੁਣ ਜੇ ਕੋਈ ਐਸਾ ਗਰੀਬ ਇਨਸਾਨ ਹੈ ਦੁਨਿਆਵੀ ਤੌਰ ਤੇ ਜਿਹਦੇ ਕੋਲ ਧਨ ਦੌਲਤ ਨਹੀਂ, ਪਰ ਜੇ ਉਹ ਰੱਬੀ ਗੁਣਾਂ ਦੇ ਨਾਲ ਉਹ ਪ੍ਰੋਤ ਹੈ, ਤਾਂ ਜੇ ਕੋਈ ਉਹਦੀ ਚਰਨ ਧੂੜ ਲੈਣ ਦਾ ਮਤਲਬ ਜੇ ਕੋਈ ਉਹਦੇ ਨਾਲ ਮੇਲ ਮਿਲਾਪ ਰੱਖਦਾ ਹੈ, ਜੇ ਕੋਈ ਹੋਰ ਇਨਸਾਨ ਵੀ ਉਹਦੇ ਨਾਲ ਗੁਣਾਂ ਵਾਲੇ ਰਾਹ ਤੇ ਤੁਰਦਾ ਹੈ, ਉਹਦੇ ਨਾਲ ਮਿਲਦਾ ਹੈ, ਉਹਦੀ ਸੰਗਤ ਕਰਦਾ ਹੈ, ਤਾਂ ਉਸ ਮਨੁੱਖ ਦਾ ਮਨ ਵੀ ਵਿਕਾਰਾਂ ਤੋਂ ਬਚ ਜਾਏਗਾ। ਉਹ ਮਨੁੱਖ ਵੀ ਰੱਬ ਦੀ ਖੁਸ਼ੀ ਹਾਸਲ ਕਰ ਲਵੇਗਾ। ਉਹ ਮਨੁੱਖ ਵੀ ਰੱਬ ਦੀ ਖੁਸ਼ੀ ਹਾਸਲ ਕਰ ਲਏਗਾ ਜੋ ਐਸੇ ਗੁਣਵਾਨ ਮਨੁੱਖਾਂ ਦੀ ਸੰਗਤ ਕਰੇਗਾ। ਕਾਸ਼ ਕਿ ਦੁਨੀਆ ਦੇ ਅੰਦਰ ਇਹ ਚੀਜ਼ਾਂ ਲਾਗੂ ਹੋ ਜਾਣ ਔਰ ਮਨੁੱਖ ਇਹਨਾਂ ਚੀਜ਼ਾਂ ਨੂੰ ਸਮਝ ਸਕੇ। ਗੁਰਦੇਵ ਨੇ ਪਾਵਨ ਬਾਣੀ ਦੇ ਅੰਦਰ ਅਮੀਰੀ ਔਰ ਗਰੀਬੀ ਦੀ ਡੈਫੀਨੇਸ਼ਨ ਬਦਲ ਦਿੱਤੀ ਹੈ। ਜਿਹੜੀ ਸਾਡੇ ਵਾਲੀ ਅਮੀਰੀ ਗਰੀਬੀ ਦੀ ਡੈਫੀਨੇਸ਼ਨ ਹੈ, ਉਸ ਨੂੰ ਰੱਦ ਕੀਤਾ ਹੈ।
ਔਰ ਬਚਨ ਕੀਤਾ ਹੈ, ਕਹੋ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੈ ਨਾਮ ਨਾ ਹੋਈ। ਹੁਣ ਜਦੋਂ ਅਸੀਂ ਸੋਚਦੇ ਆ ਨਾ ਕਿ ਮਨੁੱਖ ਦੁਨੀਆ ਦੇ ਵਿੱਚ ਕੇਵਲ ਪੈਸੇ ਪਿੱਛੇ ਹੀ ਕਿਉਂ ਪੈ ਗਿਆ, ਹਰ ਬੰਦਾ ਪੈਸੇ ਦੇ ਪਿੱਛੇ ਹੀ ਕਿਉਂ ਭੱਜ ਰਿਹਾ ਹੈ, ਮੈਂ ਵੀ, ਤੁਸੀਂ ਵੀ, ਤੇ ਹੋਰ ਵੀ। ਦੇਖੋ, ਇੱਕ ਤਾਂ ਪੈਸੇ ਦੀ ਲੋੜ ਹੈ, ਰੋਟੀ ਕੱਪੜੇ ਮਕਾਨ ਦੀ ਜ਼ਰੂਰਤ ਪੈਸੇ ਤੋਂ ਬਿਨਾਂ ਨਹੀਂ ਪੂਰੀ ਹੁੰਦੀ, ਪਰ ਬੰਦਾ ਲੋੜ ਤੋਂ ਅਗਾਂਹ ਲੰਘ ਕੇ ਇਨਸਾਨੀਅਤ ਨੂੰ ਛੱਡ ਕੇ ਕੇਵਲ ਪੈਸੇ ਪਿੱਛੇ ਹੀ ਕਿਉਂ ਪੈ ਗਿਆ। ਉਹਦਾ ਇੱਕ ਰੀਜਨ ਜਾਪਦਾ ਹੈ। ਉਹਦਾ ਰੀਜਨ ਇਹ ਹੈ ਕਿ ਅਸੀਂ ਪੈਸੇ ਵਾਲੇ ਨੂੰ ਅਮੀਰ ਔਰ ਬਿਨਾਂ ਪੈਸੇ ਵਾਲੇ ਨੂੰ ਗਰੀਬ ਆਖਿਆ। ਕੋਈ ਗੱਲ ਨਹੀਂ ਕਹਿਣ ਨਾਲ, ਲੇਕਿਨ ਅਸੀਂ ਪੈਸੇ ਵਾਲੇ ਨੂੰ ਕਦਰ ਦਿੱਤੀ, ਆਦਰ ਦਿੱਤਾ, ਸਤਿਕਾਰ ਦਿੱਤਾ, ਹਰ ਥਾਂ ਤੇ ਉਹਨੂੰ ਪ੍ਰਧਾਨਤਾ ਦਿੱਤੀ, ਹਰ ਥਾਂ ਤੇ ਪੈਸੇ ਵਾਲੇ ਨੂੰ ਮਾਣ ਦਿੱਤਾ, ਗਰੀਬ ਨੂੰ ਨੇੜੇ ਨਹੀਂ ਲੱਗਣ ਦਿੱਤਾ। ਤੁਸੀਂ ਆ ਸਟੇਜਾਂ ਵੇਖ ਲਓ, ਰਾਜਨੀਤਿਕ ਸਟੇਜਾਂ ਤੇ ਤਾਂ ਗਰੀਬ ਬੰਦਾ ਵੈਸੇ ਨਹੀਂ ਪਹੁੰਚ ਪਾਉਂਦਾ। ਧਾਰਮਿਕ ਸਟੇਜਾਂ ਦਾ ਵੀ ਐਸੇ ਤਰ੍ਹਾਂ ਹਾਲ ਹੈ, ਸਮਾਜ ਦੇ ਅੰਦਰ ਵੀ ਇਹੋ ਹੀ ਹਾਲ ਨਜ਼ਰੀ ਪੈਂਦਾ ਹੈ। ਭਗਤ ਕਬੀਰ ਜੀ ਦਾ ਪਾਵਨ ਸ਼ਬਦ ਵੀ ਹੈ ਕਿ ਜੋ ਨਿਰਧਨ ਸਰਧਨ ਕਹਿ ਜਾਏ, ਆਗੇ ਬੈਠਾ ਪੀਠ ਫਿਰਾਏ। ਜੇ ਕੋਈ ਗਰੀਬ ਅਮੀਰ ਦੇ ਘਰ ਵਿੱਚ ਜਾਏ ਤੇ ਉਹ ਪਿੱਠ ਫੇਰ ਕੇ ਬਹਿ ਜਾਂਦਾ ਹੈ, ਪਰ ਜੋ ਸਰਧਨ ਨਿਰਧਨ ਕਹਿ ਜਾਏ, ਦਿਆ ਆਦਰ ਲਿਆ ਬੁਲਾਏ। ਹੁਣ ਸਾਰੇ ਲੋਕ ਪੈਸੇ ਪਿੱਛੇ ਕਿਉਂ ਪੈ ਗਏ? ਕਿਉਂਕਿ ਅਮੀਰ ਬੰਦੇ ਨੂੰ, ਪੈਸੇ ਵਾਲੇ ਨੂੰ ਅਸਾਂ ਸਤਿਕਾਰ ਦਿੱਤਾ। ਤੇ ਪਿਆਰ ਔਰ ਸਤਿਕਾਰ ਹਰ ਬੰਦਾ ਚਾਹੁੰਦਾ ਹੈ। ਹਰ ਬੰਦਾ ਚਾਹੁੰਦਾ ਹੈ ਕਿ ਮੇਰੇ ਗਲ ਵਿੱਚ ਵੀ ਫੁੱਲਾਂ ਦਾ ਹਾਰ ਹੋਵੇ, ਮੈਨੂੰ ਵੀ ਆਦਰ ਮਿਲੇ, ਮੈਨੂੰ ਵੀ ਸਤਿਕਾਰ ਮਿਲੇ। ਤੇ ਜਦੋਂ ਅਸੀਂ ਪੈਸੇ ਵਾਲੇ ਨੂੰ ਸਤਿਕਾਰ ਦਿੱਤਾ ਤਾਂ ਹਰ ਬੰਦਾ ਪੈਸੇ ਦੀ ਦੌੜ ਅੰਦਰ ਸ਼ਾਮਲ ਹੋ ਗਿਆ ਕਿ ਮੇਰੇ ਕੋਲ ਵੀ ਪੈਸਾ ਹੋਏਗਾ, ਮੇਰੇ ਕੋਲ ਵੱਡੀ ਕਾਰ ਹੋਏਗੀ, ਵੱਡੀ ਕੋਠੀ ਹੋਏਗੀ, ਮੇਰੇ ਕੋਲ ਪ੍ਰਾਪਰਟੀ ਹੋਏਗੀ, ਮੈਨੂੰ ਵੀ ਲੋਕ ਸਤਿਕਾਰ ਦੇਣਗੇ। ਇਸ ਲਈ ਲੋਕ ਪੈਸੇ ਪਿੱਛੇ ਪੈ ਗਏ। ਜੇਕਰ ਅਸੀਂ ਗੁਰਬਾਣੀ ਦੇ ਅੰਦਰ ਜੋ ਦਿੱਤੀ ਹੋਈ ਡੈਫੀਨੇਸ਼ਨ ਹੈ ਨਾ, ਕਹੋ ਕਬੀਰ ਨਿਰਧਨ ਹੈ ਸੋਈ, ਜਾ ਕੇ ਹਿਰਦੈ ਨਾਮ ਨਾ ਹੋਈ, ਔਰ ਉਹ ਇਨਸਾਨ ਨੂੰ ਧਨਵੰਤ, ਕੁਲਵੰਤ ਔਰ ਪਤਵੰਤ ਸਮਝੀਏ ਜਿਸ ਦੇ ਹਿਰਦੇ ਦੇ ਅੰਦਰ ਰੱਬ ਹੈ, ਜਿਹਦੇ ਅੰਦਰ ਰੱਬੀ ਗੁਣ ਨੇ। ਜੇ ਇਸ ਦੁਨੀਆ ਵਿੱਚ ਉੱਚੇ ਸੁੱਚੇ ਕਰੈਕਟਰ, ਸਤਕਾਰ ਔਰ ਗੁਣਾਂ ਵਾਲੇ ਇਨਸਾਨ ਨੂੰ ਸਤਕਾਰ ਦਿੱਤਾ ਹੁੰਦਾ, ਹਰ ਥਾਂ ਤੇ ਪ੍ਰਧਾਨਗੀ ਦਿੱਤੀ ਹੁੰਦੀ ਕਿ ਕਿਸੇ ਵੀ ਧਰਮ ਸਥਾਨ ਦਾ ਪ੍ਰਧਾਨ ਉਹ ਬਣੇਗਾ, ਮੈਂਬਰ ਉਹ ਬਣੇਗਾ ਜਿਸ ਦੇ ਅੰਦਰ ਸ਼ੁਭ ਗੁਣ ਹੋਣਗੇ, ਇਨਸਾਨੀਅਤ ਹੋਏਗੀ, ਉੱਚਾ ਸੁੱਚਾ ਕਰੈਕਟਰ ਹੋਏਗਾ, ਉਹ ਬੰਦੇ ਨੂੰ ਅਸੀਂ ਪ੍ਰਧਾਨਗੀ ਦੇਵਾਂਗੇ ਜਾਂ ਮੈਂਬਰ ਲਵਾਂਗੇ ਧਾਰਮਿਕ ਸਥਾਨਾਂ ਵਿੱਚ। ਜਿਸ ਬੰਦੇ ਦੇ ਅੰਦਰ ਸ਼ੁਭ ਗੁਣ ਹੋਣਗੇ, ਕੁਆਲਿਟੀ ਹੋਏਗੀ, ਉਸੇ ਨੂੰ ਇਲੈਕਸ਼ਨ ਦੇ ਅੰਦਰ ਖੜਾ ਕਰਕੇ ਉਹਨੂੰ ਹੀ ਵੋਟ ਦਿੱਤੇ ਜਾਣਗੇ। ਸਮਾਜ ਦੇ ਅੰਦਰ ਉਸ ਆਦਮੀ ਨੂੰ ਹੀ ਮਾਣ, ਆਦਰ ਔਰ ਸਤਿਕਾਰ ਦਿੱਤਾ ਜਾਏਗਾ ਜਿਸ ਬੰਦੇ ਅੰਦਰ ਸੱਚਾਈ ਹੋਏਗੀ, ਗੁਣ ਹੋਣਗੇ, ਜਿਹਦੇ ਅੰਦਰ ਉੱਚਾ ਸੁੱਚਾ ਕਰੈਕਟਰ ਹੋਏਗਾ, ਜੋ ਰੱਬੀ ਗੁਣਾਂ ਦੇ ਨਾਲ ਜੁੜਿਆ ਹੋਏਗਾ, ਜੋ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀਂਦਾ ਹੋਏਗਾ, ਉਹਨੂੰ ਮਾਣ ਆਦਰ ਮਿਲੇਗਾ, ਉਹਨੂੰ ਮਾਣ ਆਦਰ ਦੇਂਦੇ। ਜੇ ਐਸਾ ਕੀਤਾ ਜਾਂਦਾ ਨਾ ਤਾਂ ਹਰ ਬੰਦੇ ਨੇ ਗੁਣਾਂ ਦੇ ਧਾਰਨੀ ਹੋਣ ਲਈ ਭੱਜਣਾ ਸੀ, ਕਿਉਂਕਿ ਮਾਣ ਹਰ ਇਨਸਾਨ ਚਾਹੁੰਦਾ ਹੈ, ਸਤਕਾਰ ਹਰ ਇਨਸਾਨ ਚਾਹੁੰਦਾ ਹੈ। ਫਿਰ ਮੈਂ ਤੁਹਾਡੇ ਨਾਲੋਂ ਤੇ ਤੁਸੀਂ ਮੇਰੇ ਨਾਲੋਂ ਅੱਗੇ ਹੋਣਾ ਸੀ ਕਿ ਮੈਂ ਆਪਣੇ ਅੰਦਰ ਜ਼ਿਆਦੀ ਕੁਆਲਿਟੀਆਂ ਪੈਦਾ ਕਰਾਂ, ਕਿਉਂਕਿ ਮੈਨੂੰ ਵੀ ਮਾਣ ਮਿਲੇਗਾ, ਮੈਨੂੰ ਵੀ ਸਤਕਾਰ ਮਿਲੇਗਾ, ਮੈਨੂੰ ਵੀ ਪਿਆਰ ਮਿਲੇਗਾ। ਇਸ ਲਈ ਗੁਰੂ ਸਾਹਿਬ ਜੀ ਨੇ ਇਸ ਅਮੀਰ ਗਰੀਬ ਦੀ ਡੈਫੀਨੇਸ਼ਨ ਨੂੰ ਬਦਲਿਆ ਹੈ ਤੇ ਸਾਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ। ਸਾਨੂੰ ਵੀ ਅਮੀਰ ਔਰ ਗਰੀਬ ਦੀ ਡੈਫੀਨੇਸ਼ਨ ਬਦਲ ਦੇਣੀ ਚਾਹੀਦੀ ਹੈ। ਸਾਨੂੰ ਵੀ ਅਮੀਰ, ਧਨਵਾਨ, ਧਨਵੰਤ ਉਹਨੂੰ ਕਹਿਣਾ ਚਾਹੀਦਾ ਹੈ ਜਿਹਦੇ ਅੰਦਰ ਰੱਬੀ ਗੁਣ ਨੇ, ਜੋ ਗੁਰਮਤ ਆਸ਼ੇ ਅਨੁਸਾਰ ਜ਼ਿੰਦਗੀ ਜੀ ਰਿਹਾ ਹੈ, ਉਹਨੂੰ ਮਾਣ, ਆਦਰ ਔਰ ਸਨਮਾਨ ਦੇਣਾ ਚਾਹੀਦਾ ਹੈ। ਫਿਰ ਸਮਾਜ ਜਿਹੜਾ ਹੈ ਉਹ ਗੁਣਾਂ ਵਾਲੇ ਪਾਸੇ ਦੌੜੇਗਾ। ਐਸੇ ਇਨਸਾਨਾਂ ਦੀ ਸੰਗਤ ਵਿੱਚ ਮਿਲ ਕੇ ਹੀ ਸਮਾਜ ਦਾ ਸੁਧਾਰ ਹੋਏਗਾ, ਤਾਂ ਹੀ ਪ੍ਰਭੂ ਦੀ ਪ੍ਰਸੰਨਤਾ ਮਿਲੇਗੀ। ਸ਼ਲੋਕ ਅਨਿਕ ਲੀਲਾ ਰਾਜ ਰਸ ਰੂਪੰ, ਛਤਰ ਚਮਰ ਤਖਤ ਆਸਨੰ। ਇਹਨੂੰ ਛਤਰ ਨਹੀਂ ਪੜਨਾ, ਛਤਰ। ਅੱਧੇ ਰਾਰੇ ਦਾ ਖਾਸ ਕਰਕੇ ਖਿਆਲ ਰੱਖਣਾ ਹੈ। ਜਿੱਥੇ ਅੱਧਾ ਰਾਰਾ ਹੈ ਉੱਥੇ ਉਚਾਰਨ ਅੱਧੇ ਦਾ ਹੀ ਕਰਨਾ ਹੈ। ਅਨਿਕ ਲੀਲਾ ਰਾਜ ਰਸ ਰੂਪੰ, ਛਤਰ ਚਮਰ ਤਖਤ ਆਸਨੰ। ਲੀਲਾ ਦਾ ਮਤਲਬ ਚੋਜ ਤਮਾਸ਼ੇ, ਰਾਜ ਰਸ ਦਾ ਮਤਲਬ ਰਾਜ ਦੀਆਂ ਮੌਜਾਂ, ਰੂਪ ਦਾ ਮਤਲਬ ਸੁੰਦਰਤਾ,
ਛਤਰ ਦਾ ਮਤਲਬ ਸਿਰ ਤੇ ਛਤਰ ਝੂਲਣਾ, ਤੇ ਚਮਰ ਦਾ ਮਤਲਬ ਹੈ ਚੌਰ। ਤਖਤ ਆਸਨੰ ਦਾ ਮਤਲਬ ਬੈਠਣ ਵਾਸਤੇ ਸ਼ਾਹੀ ਤਖਤ, ਉੱਚਾ ਆਸਨ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਅਨੇਕਾਂ ਚੋਜ ਤਮਾਸ਼ੇ, ਰਾਜ ਦੀਆਂ ਮੌਜਾਂ, ਸੁੰਦਰਤਾ, ਸਿਰ ਤੇ ਛਤਰ ਤੇ ਬੈਠਣ ਨੂੰ ਸ਼ਾਹੀ ਤਖਤ ਹੋਣ। ਰਚੰਤ ਮੂੜ ਅਗਿਆਨ ਅੰਧ ਹੈ, ਨਾਨਕ ਸੁਪਨ ਮਨੋਰਥ ਮਾਇਆ। ਮੂੜ ਦਾ ਮਤਲਬ ਮੂਰਖ, ਅੰਧੇ ਦਾ ਮਤਲਬ ਅੰਨੇ, ਮਨੋਰਥ ਦਾ ਮਤਲਬ ਮਨ ਦੀਆਂ ਦੌੜਾਂ, ਮਨ ਵਾਂਛਿਤ ਪਦਾਰਥ ਜਾਂ ਮਤਲਬ ਜ਼ਿੰਦਗੀ ਦਾ ਗੋਲ ਔਰ ਏਮ। ਤਾਂ ਗੁਰੂ ਜੀ ਕਹਿੰਦੇ ਨੇ ਇਹਨਾਂ ਪਦਾਰਥਾਂ ਵਿੱਚ ਹੇ ਨਾਨਕ ਅੰਨੇ ਮੂਰਖ ਅਗਿਆਨੀ ਬੰਦੇ ਹੀ ਮਸਤ ਹੁੰਦੇ ਨੇ। ਮਾਇਆ ਦੇ ਇਹ ਕੌਤਕ ਤਾਂ ਸੁਪਨੇ ਦੇ ਸਮਾਨ ਨੇ। ਯਾਨੀ ਰੱਬੀ ਗੁਣਾਂ ਨੂੰ ਛੱਡ ਕੇ, ਇਨਸਾਨੀਅਤ ਨੂੰ ਛੱਡ ਕੇ, ਸੱਚ ਨੂੰ ਵਿਸਾਰ ਕੇ ਜੇ ਕੋਈ ਅਨੇਕਾਂ ਚੋਜ ਤਮਾਸ਼ੇ, ਰਾਜ ਦੀਆਂ ਮੌਜਾਂ, ਸੁੰਦਰਤਾ, ਛਤਰ ਔਰ ਉੱਚੇ ਆਸਨਾਂ ਦੀਆਂ ਮੌਜਾਂ ਦੇ ਵਿੱਚ ਹੀ ਖਚਿਤ ਹੋ ਜਾਏ, ਤਾਂ ਗੁਣਾਂ ਨੂੰ ਛੱਡ ਦੇਵੇ, ਇਨਸਾਨੀਅਤ ਨੂੰ ਛੱਡ ਦੇ, ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਐਸੇ ਲੋਕ ਅਗਿਆਨੀ ਔਰ ਅੰਨੇ ਹੀ ਹੋ ਸਕਦੇ ਨੇ। ਇਹ ਸਿਰਫ ਅਗਿਆਨਤਾ ਹੈ। ਰੀਜਨ ਕਿ ਸੁਪਨ ਮਨੋਰਥ ਮਾਇਆ, ਇਹ ਜੋ ਮਾਇਆ ਦੇ ਕੌਤਕ ਨੇ ਇਹ ਸਾਰੇ ਦੇ ਸਾਰੇ ਸੁਪਨੇ ਦੀ ਤਰ੍ਹਾਂ ਨੇ। ਜਿਵੇਂ ਸੁਪਨੇ ਦੇ ਅੰਦਰ ਅਸੀਂ ਰਾਜਾ ਬਾਦਸ਼ਾਹ ਬਣ ਜਾਂਦੇ ਹਾਂ ਤੇ ਜਾਗ ਖੁੱਲਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਮੈਂ ਤੇ ਕੰਗਾਲ ਦਾ ਕੰਗਾਲ ਹਾਂ। ਜਾਂ ਕੋਈ ਸੁਪਨੇ ਦੇ ਵਿੱਚ ਬਾਦਸ਼ਾਹ ਬਣ ਜਾਂਦਾ ਹੈ ਤੇ ਜਦੋਂ ਜਾਗਦਾ ਹੈ ਤੇ ਉਹਨੂੰ ਪਤਾ ਲੱਗਦਾ ਹੈ ਕਿ ਮੈਂ ਕੰਗਾਲ ਹਾਂ। ਤੇ ਕਈ ਵਾਰ ਬਾਦਸ਼ਾਹ ਸੁਪਨੇ ਦੇ ਅੰਦਰ ਭਿਖਾਰੀ ਹੋ ਜਾਂਦਾ ਹੈ, ਪਰ ਜਦੋਂ ਜਾਗਦਾ ਹੈ ਤੇ ਉਹਨੂੰ ਪਤਾ ਲੱਗਦਾ ਹੈ ਕਿ ਮੈਂ ਤੇ ਬਾਦਸ਼ਾਹ ਹੀ ਹਾਂ। ਯਾਨੀ ਸੁਪਨਾ ਸਿਰਫ ਇੱਕ ਸੁਪਨਾ ਹੈ। ਜਾਗ ਖੁੱਲਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਉਹ ਅਸਲੀਅਤ ਨਹੀਂ ਸੀ। ਇਸੇ ਤਰ੍ਹਾਂ ਹੀ ਇਹ ਜਿੰਨੇ ਵੀ ਰਾਸ ਰੰਗ ਆਦਿਕ ਨੇ, ਸੱਚ ਨੂੰ ਛੱਡ ਕੇ, ਸੱਚ ਨੂੰ ਵਿਸਾਰ ਕੇ, ਝੂਠ ਔਰ ਫਰੇਬ ਦੇ ਆਸਰੇ ਇਹ ਮਾਣੀਆਂ ਹੋਈਆਂ ਮੌਜਾਂ, ਜਦੋਂ ਬੰਦੇ ਦੀਆਂ ਅੱਖਾਂ ਖੁੱਲਦੀਆਂ ਨੇ ਨਾ, ਜਦੋਂ ਬੰਦੇ ਨੂੰ ਗਿਆਨ ਹੁੰਦਾ ਹੈ ਤੇ ਸਮਝ ਪੈ ਜਾਂਦੀ ਹੈ ਕਿ ਇਹ ਤੇ ਵਿਅਰਥ ਦਾ ਖਲਾਰਾ ਸੀ, ਮੈਂ ਬਹੁਤ ਵੱਡੀ ਭੁੱਲ ਕੀਤੀ ਹੈ। ਇਸ ਰਾਜ ਭਾਗ ਦੇ ਪਿੱਛੇ ਇਨਸਾਨੀਅਤ ਨੂੰ ਗਵਾ ਦੇਣਾ, ਇਹ ਮੇਰੀ ਬਹੁਤ ਵੱਡੀ ਭੁੱਲ ਸੀ। ਔਰ ਹਕੀਕਤ ਦੇ ਅੰਦਰ ਭੁੱਲ ਹੈ। ਜਿਨ੍ਹਾਂ ਲੋਕਾਂ ਨੇ ਐਸੀ ਭੁੱਲ ਕੀਤੀ ਹੈ, ਉਹਨਾਂ ਲੋਕਾਂ ਕਰਕੇ ਇਹ ਸੰਸਾਰ ਨਰਕ ਬਣਿਆ ਹੈ। ਉਹਨਾਂ ਲੋਕਾਂ ਕਰਕੇ ਨਰਕ ਬਣਿਆ ਜਿਨ੍ਹਾਂ ਨੇ ਅਗਿਆਨਤਾ ਵਸ, ਬੇਸਮਝੀ ਦੇ ਕਾਰਨ ਜਾਂ ਜਾਣ ਬੁੱਝ ਕੇ ਸੱਚ ਨੂੰ, ਦਇਆ ਨੂੰ, ਧਰਮ ਨੂੰ, ਧੀਰਜ ਨੂੰ, ਨਿਰਵੈਰਤਾ ਨੂੰ, ਰੱਬੀ ਗੁਣਾਂ ਨੂੰ, ਰੱਬੀ ਰਜਾ ਨੂੰ ਛੱਡ ਕੇ ਤੇ ਕੇਵਲ ਮੌਜ ਬਹਾਰਾਂ ਵਾਲੀ ਜ਼ਿੰਦਗੀ, ਇਸ ਦੁਨੀਆ ਦੇ ਅੰਦਰ ਦੁੱਖ ਉਹਨਾਂ ਲੋਕਾਂ ਕਰਕੇ ਹੈ। ਆਪ ਵੀ ਦੁਖੀ ਨੇ ਔਰ ਸੰਸਾਰ ਦੇ ਅੰਦਰ ਵੀ ਦੁੱਖ ਔਰ ਅਸ਼ਾਂਤੀ ਪੈਦਾ ਕਰਦੇ ਨੇ। ਹੁਣ ਆ ਘਟਨਾ ਘਟੀ ਹੈ ਨਾ ਯੂਪੀ ਦੇ ਅੰਦਰ, ਕਿ ਉਹਨਾਂ ਕਿਸਾਨਾਂ ਦੇ ਉੱਤੋਂ ਦੀ ਗੱਡੀਆਂ ਚੜਾ ਦੇਣੀਆਂ। ਰਾਜ ਦੇ ਨਸ਼ੇ ਦੇ ਅੰਦਰ ਮਸਤ ਬੰਦਾ ਹੀ ਐਸਾ ਕਰ ਸਕਦਾ ਹੈ ਨਾ। ਤਾਂ ਐਸੇ ਲੋਕਾਂ ਕਰਕੇ ਇਸ ਦੁਨੀਆ ਦੇ ਅੰਦਰ ਦੁੱਖ ਔਰ ਅਸ਼ਾਂਤੀ ਫੈਲ ਜਾਂਦੀ ਹੈ। ਸੁਪਨੇ ਹਬ ਰੰਗ ਮਾਣਿਆ, ਮਿੱਠਾ ਲੱਗੜਾ ਮੋਹ। ਹਬ ਦਾ ਮਤਲਬ ਸਾਰੇ। ਇਹ ਇੰਝ ਏ ਜਿਵੇਂ ਸੁਪਨੇ ਵਿੱਚ ਸਾਰੀਆਂ ਮੌਜਾਂ ਮਾਣੀਆਂ, ਉਹਨਾਂ ਦੇ ਮੋਹ ਨੇ ਖਿੱਚ ਪਾਈ, ਪਰ ਜਦੋਂ ਜਾਗ ਆਈ ਤਾਂ ਪੱਲੇ ਕੁਛ ਵੀ ਨਾ ਪਿਆ। ਸੁਪਨੇ ਹਬ ਰੰਗ ਮਾਣਿਆ, ਮਿੱਠਾ ਲੱਗੜਾ ਮੋਹ। ਉਹਨਾਂ ਪਦਾਰਥਾਂ ਨੇ ਖਿੱਚ ਪਾਈ ਰੱਖੀ ਸੁਪਨੇ ਦੇ ਅੰਦਰ। ਮੰਨ ਲਓ ਤੁਸੀਂ ਰਾਜਾ ਔਰ ਬਾਦਸ਼ਾਹ ਬਣ ਗਏ, ਤੁਹਾਡਾ ਹੁਕਮ ਚੱਲ ਰਿਹਾ ਹੈ, ਤੁਹਾਡੇ ਅੱਗੇ ਪਿੱਛੇ ਹੂਟਰ ਵਾਲੀਆਂ ਗੱਡੀਆਂ ਨੇ, ਤੁਹਾਡੇ ਕੋਲ ਅੱਗੇ ਪਿੱਛੇ ਨੌਕਰ ਨੇ ਔਰ ਤੁਹਾਡਾ ਹੁਕਮ ਚੱਲ ਰਿਹਾ ਹੈ ਔਰ ਤੁਹਾਨੂੰ ਇਹ ਚੀਜ਼ਾਂ ਖਿੱਚ ਪਾ ਰਹੀਆਂ ਨੇ ਔਰ ਤੁਸੀਂ ਐਨ ਮਸਤ ਹੋ। ਪਰ ਜਦੋਂ ਜਾਗ ਖੁੱਲੀ ਤੇ ਪਤਾ ਲੱਗਾ ਕਿ ਮੈਂ ਤਾਂ ਫਿਰ ਉੱਥੇ ਦਾ ਉੱਥੇ, ਮੈਂ ਤਾਂ ਚੌਕੀਦਾਰ ਹਾਂ ਗਲੀ ਦਾ, ਫਿਰ ਉੱਥੇ ਦੇ ਉੱਥੇ ਆ ਗਏ ਨਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਸੇ ਤਰ੍ਹਾਂ ਨਾਨਕ ਨਾਮ ਵਿਹੂਣੀਆਂ, ਸੁੰਦਰ ਮਾਇਆ ਤਰੋਹ। ਨਾਮ ਵਿਹੂਣੀਆਂ, ਨਾਮ ਤੋਂ ਸੋਹਣੀ ਮਾਇਆ। ਨਾਮ ਦਾ ਮਤਲਬ ਰੱਬੀ ਹੁਕਮ, ਨਾਮ ਦਾ ਮਤਲਬ ਰੱਬੀ ਗੁਣ, ਸਿਫਤ ਸਲਾਹ। ਤਾਂ ਗੁਰੂ ਜੀ ਕਹਿੰਦੇ ਨੇ ਰੱਬੀ ਗੁਣਾਂ ਤੋਂ ਵਾਂਝੇ ਰਹਿ ਕੇ ਸੁੰਦਰ ਮਾਇਆ ਤਰੋਹ। ਇਹ ਮੋਹਣੀ ਮਾਇਆ ਸਿਰਫ ਧਰੋਹ ਹੈ। ਧਰੋਹ ਦਾ ਮਤਲਬ ਠੱਗੀ ਹੈ, ਧੋਖਾ ਹੈ। ਰੱਬੀ ਗੁਣਾਂ ਤੋਂ ਵਾਂਝੇ ਰਹਿ ਕੇ, ਰੱਬੀ ਰਜਾ ਤੋਂ ਉਲਟ ਚੱਲ ਕੇ ਇਹ ਜਿਹੜੀ ਮਾਇਆ ਹੈ, ਮਾਇਆਵੀ ਸੁੱਖ ਨੇ, ਇਹ ਸਿਰਫ ਇੱਕ ਧੋਖਾ ਹੈ।
ਔਰ ਇਸ ਧੋਖੇ ਦੇ ਅੰਦਰ ਮਨੁੱਖ ਆਪਣੇ ਅੰਦਰੋਂ ਇਨਸਾਨੀਅਤ ਗਵਾ ਦਿੰਦਾ ਹੈ। ਔਰ ਅਸੀਂ ਆਪਣੇ ਵੱਲ ਵੇਖਦੇ ਹਾਂ ਜਾਂ ਆਪਣੇ ਚੌਗਰਦੇ ਸਮਾਜ ਵੱਲ ਵੇਖਦੇ ਹਾਂ ਤਾਂ ਕਿਤਨੇ ਸਾਰੇ ਐਸੇ ਲੋਕ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਅੰਦਰੋਂ ਇਨਸਾਨੀਅਤ ਗਵਾ ਦਿੱਤੀ ਹੈ ਔਰ ਇਨਸਾਨੀਅਤ ਅੰਦਰੋਂ ਮਰ ਗਈ ਹੈ। ਇਹ ਵਿਚਾਰਾਂ ਅਸੀਂ ਰੋਜ਼ ਕਰ ਰਹੇ ਹਾਂ। ਇਨਸਾਨੀਅਤ ਉਦੋਂ ਮਰ ਜਾਂਦੀ ਹੈ ਜਦੋਂ ਬੰਦਾ ਝੂਠ ਬੋਲਦਾ ਹੈ। ਇਨਸਾਨੀਅਤ ਬੰਦੇ ਦੇ ਅੰਦਰੋਂ ਉਦੋਂ ਮਰ ਗਈ ਹੁੰਦੀ ਹੈ ਜਦੋਂ ਉਹ ਆਚਰਣਹੀਣ ਹੁੰਦਾ ਹੈ। ਇਨਸਾਨੀਅਤ ਬੰਦੇ ਦੇ ਅੰਦਰੋਂ ਮਰ ਗਈ ਹੁੰਦੀ ਹੈ ਜਦੋਂ ਬੰਦਾ ਕਿਸੇ ਦਾ ਬੇਗਾਨਾ ਹੱਕ ਖਾਂਦਾ ਹੈ, ਚੁਗਲੀ ਨਿੰਦਾ ਕਰਦਾ ਹੈ, ਬੁਰਾਈਆਂ ਕਰਦਾ ਹੈ, ਕਤਲ ਕਰਦਾ ਹੈ, ਬੰਬ ਧਮਾਕੇ ਕਰਦਾ ਹੈ, ਜਾਂ ਖਾਣ ਪੀਣ ਵਾਲੀਆਂ ਚੀਜ਼ਾਂ ਵਿੱਚ ਮਿਲਾਵਟ ਕਰਦਾ ਹੈ, ਜਾਂ ਡੁਪਲੀਕੇਟ ਦਵਾਈਆਂ ਔਰ 2 ਨੰਬਰ ਦੇ ਧੰਦੇ ਜਾਂ ਰਿਸ਼ਵਤਖੋਰੀ, ਚੋਰ ਬਜ਼ਾਰੀ ਕਰਦਾ ਹੈ। ਉਦੋਂ ਇਨਸਾਨੀਅਤ ਅੰਦਰੋਂ ਮਰ ਗਈ ਹੁੰਦੀ ਹੈ ਔਰ ਇਨਸਾਨੀਅਤ ਮਰਨ ਤੋਂ ਬਾਅਦ ਹੀ ਇਹ ਕਰਮ ਹੋ ਸਕਦੇ ਨੇ। ਹੈਰਾਨਗੀ ਇਸ ਗੱਲ ਦੀ ਹੈ ਕਿ ਜੋ ਧਰਮ ਦੀ ਦੁਨੀਆ ਵਿੱਚ ਵਿਚਰ ਰਹੇ ਨੇ, ਬਹੁ ਗਿਣਤੀ ਉਹਨਾਂ ਲੋਕਾਂ ਦੇ ਵਿੱਚੋਂ ਵੀ ਇਨਸਾਨੀਅਤ ਮਰੀ ਹੁੰਦੀ ਹੈ। ਜਦੋਂ ਧਰਮ ਦੇ ਨਾਮ ਤੇ ਅੰਧ ਵਿਸ਼ਵਾਸ ਫੈਲਾਉਂਦੇ ਨੇ, ਜਦੋਂ ਧਰਮ ਦੇ ਨਾਮ ਤੇ ਕਿਸੇ ਦਾ ਆਰਥਿਕ ਔਰ ਮਾਨਸਿਕ ਸ਼ੋਸ਼ਣ ਕਰਦੇ ਨੇ, ਆ ਜਿੰਨੇ ਵੀ ਟੂਣੇ ਤਵੀਤ ਭੂਤ ਪ੍ਰੇਤ ਤੇ ਆ ਜਿੰਨੇ ਵੀ ਆ ਵਰਤ ਨਰਾਤੇ ਸਰਾਧ ਆਦਿਕ ਜਾਂ ਜੰਤਰ ਮੰਤਰ ਤੰਤਰ ਨੇ, ਸਭ ਕੀ ਇਹ ਧੋਖਾ ਹੀ ਹੈ ਨਾ। ਇਹਨਾਂ ਦੇ ਵਿੱਚ ਅਸਲੀਅਤ ਨਹੀਂ ਹੈ, ਪੈਸਾ ਵੀ ਅਸਲੀਅਤ ਨਹੀਂ ਹੈ, ਲੇਕਿਨ ਇਹ ਚੀਜ਼ਾਂ ਫੈਲਾਈਆਂ ਗਈਆਂ ਨੇ ਤਾਂ ਜਿਹੜੀ ਚੀਜ਼ ਹੈ ਹੀ ਨਹੀਂ ਉਹ ਚੀਜ਼ ਦੀ ਹੋਂਦ ਬਣਾ ਕੇ ਪੇਸ਼ ਕਰਨਾ ਔਰ ਲੋਕਾਂ ਨੂੰ ਲੁੱਟਣਾ, ਇਹ ਇਨਸਾਨੀਅਤ ਮਰੀ ਦੀਆਂ ਨਿਸ਼ਾਨੀਆਂ ਨੇ। ਇਸੇ ਨੂੰ ਕਹਿੰਦੇ ਨੇ ਠੱਗਿਆ ਜਾਣਾ। ਬੰਦਾ ਠੱਗਿਆ ਜਾਂਦਾ ਹੈ, ਇਨਸਾਨੀਅਤ ਖਤਮ ਹੋ ਜਾਂਦੀ ਹੈ ਔਰ ਸੰਸਾਰ ਸਮਾਜ ਦੇ ਅੰਦਰ ਦੁਖਾਂਤ ਵਾਪਰਦੇ ਨੇ। ਇਸ ਲਈ ਗੁਰੂ ਜੀ ਕਹਿੰਦੇ ਨੇ, ਨਾਨਕ ਨਾਮ ਵਿਹੂਣੀਆਂ ਸੁੰਦਰ ਮਾਇਆ ਤਰੋ, ਰੱਬੀ ਰਜਾ ਔਰ ਰੱਬੀ ਗੁਣਾ ਤੋਂ ਸਖਣੇ ਵਾਂਝੇ ਰਹਿ ਕੇ। ਇਹ ਜੋ ਮਾਇਆ ਵੀ ਸੋਚ ਹੈ, ਇਹ ਸਿਰਫ ਔਰ ਸਿਰਫ ਇਨਸਾਨ ਵਾਸਤੇ ਇੱਕ ਧੋਖਾ ਹੈ। ਪੌੜੀ ਸੁਪਨੇ ਸੇਤੀ ਚਿੱਤ ਮੂਰਖ ਲਾਇਆ। ਸੇਤੀ ਦਾ ਮਤਲਬ ਨਾਲ, ਮੂਰਖ ਦਾ ਮਤਲਬ ਮੂਰਖ ਨੇ। ਮੂਰਖ ਮਨੁੱਖ ਨੇ ਸੁਪਨੇ ਦੇ ਨਾਲ ਪਿਆਰ ਪਾ ਲਿਆ ਹੈ। ਜਿਹੜੇ ਸੁਪਨੇ ਦੇ ਪਦਾਰਥ ਨੇ ਉਹਨਾਂ ਨੂੰ ਇਹ ਸੱਚਾਈ ਮੰਨ ਬੈਠਾ ਹੈ, ਉਹਦੇ ਨਾਲ ਪ੍ਰੀਤ ਪਾਈ ਬੈਠਾ ਹੈ ਕਿ ਮੇਰਾ ਇਹ ਸੁਪਨਾ ਖੁੱਲੇ ਹੀ ਨਾ। ਸੁਪਨੇ ਨੂੰ ਸੱਚ ਮੰਨ ਬੈਠਾ ਹੈ। ਸੁਪਨਾ ਆ ਰਿਹਾ ਹੈ ਰਾਜ ਭਾਗ ਦਾ, ਤਾਂ ਇਹ ਰਾਜ ਭਾਗ ਨੂੰ ਸੱਚ ਮੰਨ ਬੈਠਾ ਹੈ। ਸੁਪਨਾ ਹੈ ਕਿ ਮੇਰੀ ਔਰਤ ਜਿਹੜੀ ਹੈ ਬੜੀ ਆਗਿਆਕਾਰ ਹੈ, ਜੋ ਮੈਂ ਕਹਿਣਾ ਉਹ ਹੀ ਮੰਨਦੀ ਹੈ। ਚਾਹ ਪਾਣੀ ਮੇਰੇ ਅੱਗੇ ਲਿਆ ਕੇ ਧਰਦੀ ਹੈ, ਗਰਮ ਪਾਣੀ ਕਰਕੇ ਦਿੰਦੀ ਹੈ, ਕੱਪੜੇ ਮੇਰੇ ਪ੍ਰੈਸ ਕਰਦੀ ਹੈ, ਜੀ ਕਰਦੀ ਫਿਰਦੀ ਹੈ। ਜਦੋਂ ਮੈਂ ਕੰਮ ਕਰਨਾ ਆਗਿਆਕਾਰੀ ਹੈ, ਉਹਨੂੰ ਸੱਚ ਮੰਨ ਬੈਠਾ ਹੈ। ਪਰ ਜਦੋਂ ਸਵੇਰੇ ਉਹ ਉੱਠਦਾ ਤੇ ਉਹ ਸਾਹਮਣੇ ਕੱਪੜੇ ਧਰਦੀ ਵੇ ਧੋ ਤੇ ਉਸ ਤੋਂ ਬਾਅਦ ਟਾਕੀ ਮਾਰਨੀ ਹੈ ਫਰਸ਼ ਦੇ ਉੱਤੇ, ਫਿਰ ਪਤਾ ਲੱਗਦਾ ਵੀ ਤੇ ਕੰਮ ਹੀ ਉਲਟ ਹੋ ਗਿਆ। ਕਹਿਣ ਤੋਂ ਮੁਰਾਦ ਇਹ ਸੁਪਨੇ ਨੂੰ ਸੱਚ ਮੰਨੀ ਬੈਠਾ ਹੈ। ਮੂਰਖ ਬੰਦੇ ਨੇ ਸੁਪਨੇ ਦੇ ਨਾਲ ਪ੍ਰੀਤ ਪਾਈ ਹੈ। ਇਸੇ ਤਰ੍ਹਾਂ ਜਿਹੜਾ ਆ ਸਾਡਾ ਜਾਗਦਿਆਂ ਦਾ ਇੱਕ ਸੁਪਨਾ ਹੈ ਕਿ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਆਸਾ, ਤ੍ਰਿਸ਼ਨਾ, ਚੁਗਲੀ, ਨਿੰਦਾ, ਝੂਠ, ਫਰੇਬ, ਇਸ ਜ਼ਿੰਦਗੀ ਨੂੰ ਹੀ ਬੰਦਾ ਸੱਚੀ ਜ਼ਿੰਦਗੀ ਸਮਝੀ ਬੈਠਾ ਹੈ। ਇਹਨਾਂ ਚੀਜ਼ਾਂ ਨੂੰ ਹੀ ਬੰਦਾ ਸੁੱਖ ਸਮਝੀ ਬੈਠਾ ਹੈ ਕਿ ਅੱਜ ਮੈਂ ਹੰਕਾਰ ਦੇ ਨਾਲ ਕਿਸੇ ਦੀ ਬੇਇੱਜ਼ਤੀ ਕਰ ਰਿਹਾ, ਇਹਨੂੰ ਹੀ ਆਪਣੀ ਇੱਜ਼ਤ ਸਮਝੀ ਬੈਠਾ ਹੈ। ਬਿਗਾਨੇ ਹੱਕ ਖਾ ਕੇ ਔਰ ਆਪਣੇ ਆਪ ਨੂੰ ਅਮੀਰ ਬਣਾਉਣਾ, ਇਹਨੂੰ ਹੀ ਬੰਦਾ ਸੱਚੀ ਜ਼ਿੰਦਗੀ ਸਮਝੀ ਬੈਠਾ ਹੈ। ਸੁਪਨਾ ਹੀ ਹੈ ਨਾ। ਹੈ ਜਿਹੜੀਆਂ ਝੂਠੀਆਂ ਨੇ ਚੀਜ਼ਾਂ ਜੋ ਨਹੀਂ ਚਾਹੀਦੀਆਂ, ਉਹਨਾਂ ਨੂੰ ਇਹ ਸੱਚ ਸਮਝੀ ਬੈਠਾ ਹੈ। ਸੁਪਨੇ ਸੇਤੀ ਚਿੱਤ ਮੂਰਖ ਲਾਇਆ, ਬਿਸਰੇ ਰਾਜ ਰਸ ਭੋਗ ਜਾਗਤ ਪਖਲਾਇਆ। ਪਖਲਾਇਆ ਦਾ ਮਤਲਬ ਬਰੜਾਣਾ। ਜਿਵੇਂ ਸੁਪਨੇ ਦੇ ਅੰਦਰ ਬਰੜਾਉਂਦੇ ਨਹੀਂ ਲੋਕ, ਕੁਛ ਬੋਲੀ ਜਾਂਦੇ ਨੇ, ਡਰ ਜਾਂਦੇ ਨੇ, ਬਰੜਾਉਂਦੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਇਹ ਰਾਜ ਤੇ ਰਸਾਂ ਦੇ ਭੋਗਾਂ ਵਿੱਚ ਬਿਸਰੇ ਪ੍ਰਭੂ ਨੂੰ ਵਿਸਾਰ ਦਿੰਦਾ ਹੈ। ਬਿਸਰੇ ਰਾਜ ਰਸ ਭੋਗ, ਇਹ ਰਾਜ ਤੇ ਰਸਾਂ ਦੇ ਭੋਗਾਂ ਵਿੱਚ ਪ੍ਰਭੂ ਨੂੰ ਵਿਸਾਰ ਦਿੰਦਾ ਹੈ। ਰੱਬੀ ਗੁਣਾ ਨੂੰ ਭੁਲਾ ਦਿੰਦਾ ਹੈ, ਇਨਸਾਨੀਅਤ ਨੂੰ ਭੁਲਾ ਦਿੰਦਾ ਹੈ। ਜਾਗਤ ਪਖਲਾਇਆ ਤੇ ਜਾਗਦਾ ਹੀ ਬਰੜਾ ਰਿਹਾ ਹੈ। ਲੋਕ ਤੇ ਸੁੱਤੇ ਬਰੜਾਉਂਦੇ ਨੇ ਨਾ, ਇਹ ਜਾਗਦਾ ਹੀ ਬਰੜਾਈ ਜਾ ਰਿਹਾ ਹੈ। ਤੇ ਬਰੜਾਉਣ ਦਾ ਮਤਲਬ ਹੁੰਦਾ ਹੈ ਜੋ ਅਸਲੀਅਤ ਨਹੀਂ ਹੁੰਦੀ ਨਾ। ਸੁਪਨੇ ਵਿੱਚ ਬੰਦਾ ਬਰੜਾ ਰਿਹਾ, ਬੰਦੇ ਪੈ ਗਏ ਜਾਂ ਆ ਜਾਓ ਅੰਦਰ, ਇਹ ਯਾਨੀ ਅਸਲੀਅਤ ਨਹੀਂ ਹੈ ਜੋ ਬੋਲ ਰਿਹਾ ਹੈ। ਇਹ ਜਾਗਦਾ ਹੀ ਬਰੜਾਈ ਜਾ ਰਿਹਾ ਹੈ।
ਤੇ ਬਰੜਾ ਕੀ ਰਿਹਾ ਹੈ? ਉਹ ਕੁਝ ਬੋਲ ਰਿਹਾ ਹੈ ਜੋ ਸੱਚ ਨਹੀਂ, ਅੰਦਰੋਂ ਹੋਰ ਹੈ ਬਾਹਰੋਂ ਹੋਰ ਹੈ, ਔਰ ਜਾਗਦਾ ਹੀ ਬਰੜਾ ਰਿਹਾ ਹੈ। ਆ ਬਰੜਾਣਾ ਹੀ ਹੈ ਨਾ, ਕਿ ਭੂਤ ਪ੍ਰੇਤ ਨਾਮ ਦੀ ਚੀਜ਼ ਦੁਨੀਆ ਵਿੱਚ ਨਹੀਂ, ਪਰ ਲੋਕ ਮੰਨ ਰਹੇ ਨੇ, ਮੰਨੀ ਜਾ ਰਹੇ ਨੇ। ਇਹ ਜਾਗਦਾ ਹੀ ਬਰੜਾਉਣ ਵਾਲੀ ਗੱਲ। ਸਰਾਧਾਂ ਦਾ ਖਵਾਇਆ ਹੋਇਆ ਕੋਈ ਭੋਜਨ ਪ੍ਰਸ਼ਾਦਾ ਅੱਗੇ ਨਹੀਂ ਮਿਲਣਾ, ਲੇਕਿਨ ਇਹ ਬਰੜਾਈ ਜਾ ਰਿਹਾ ਕਿ ਮੈਂ ਪਿਤਰਾਂ ਵਾਸਤੇ ਸਰਾਧ ਕਰਾਣੇ ਨੇ, ਜਾਂ ਪਿਤਰਾਂ ਲਈ ਸਰਾਧ ਕਰਾਓ, ਤੁਹਾਡੇ ਸਰਾਧ ਕਰਾਏ ਮਿਲਣਗੇ। ਆ ਮੰਜੇ ਬਿਸਤਰੇ ਤੁਹਾਡੇ ਬਾਪੂ ਨੂੰ ਅੱਗੇ ਮਿਲ ਜਾਣਗੇ। ਤੀਰਥਾਂ ਤੇ ਨਹਾਓਗੇ, ਤੁਹਾਡੇ ਪਾਪ ਉਤਰ ਜਾਣਗੇ। ਪੁੰਨ ਦਾਨ ਕਰੋਗੇ, ਮਰਨ ਤੋਂ ਬਾਅਦ ਸਵਰਗ ਜਾਓਗੇ। ਬਰੜਾਣਾ ਹੀ ਹੈ, ਹੋਰ ਕੀ। ਜਾਗਦਾ ਹੀ ਬਰੜਾਈ ਜਾ ਰਿਹਾ। ਰੱਬ ਨੂੰ ਵਿਸਾਰਨ ਕਰਕੇ ਰਾਜ ਰਸਾਂ ਦੇ ਅੰਦਰ ਖਚਤ ਹੈ, ਔਰ ਜਾਗਦਾ ਹੀ ਬਰੜਾ ਰਿਹਾ ਹੈ, ਭਾਵ ਕਿ ਸੱਚ ਤੋਂ ਉਲਟ ਬੋਲ ਰਿਹਾ ਹੈ। ਆਰਜਾ ਗਈ ਵਿਹਾਏ, ਧੰਧੈ ਧਾਇਆ। ਆਰਜਾ ਦਾ ਮਤਲਬ ਉਮਰ, ਧੰਦੇ ਦਾ ਮਤਲਬ ਧੰਦੇ ਵਿੱਚ, ਧਾਇਆ ਦਾ ਮਤਲਬ ਦੌੜਦਾ ਹੈ, ਭਟਕਦਾ ਫਿਰਦਾ ਹੈ। ਦੁਨੀਆ ਦੇ ਧੰਦਿਆਂ ਵਿੱਚ ਭਟਕਦਿਆਂ ਹੀ ਇਹਦੀ ਸਾਰੀ ਉਮਰ ਬੀਤ ਜਾਂਦੀ ਹੈ। ਦੁਨੀਆ ਦੇ ਧੰਦਿਆਂ ਵਿੱਚ ਭਟਕਦਿਆਂ ਸਾਰੀ ਉਮਰ ਬੀਤ ਗਈ। ਹੁਣ ਇਹ ਚੀਜ਼ ਸਮਝ ਲੈਣੀ, ਗੁਰੂ ਜੀ ਧੰਦਾ ਸ਼ਬਦ ਵਰਤ ਰਹੇ ਨੇ, ਇੱਥੇ ਕਿਰਤ ਸ਼ਬਦ ਨਹੀਂ ਵਰਤ ਰਹੇ, ਧੰਦਾ ਸ਼ਬਦ ਵਰਤ ਰਹੇ। ਅਸਲ ਦੇ ਅੰਦਰ ਇੱਕ ਸ਼ਬਦ ਹੈ ਕੰਮ, ਕੰਮ ਕਰਨਾ, ਤੇ ਇਸ ਕੰਮ ਦੇ ਦੋ ਰੂਪ ਨੇ। ਇੱਕ ਹੈ ਕਿਰਤ, ਜਿਹਨੂੰ ਅਸੀਂ ਦਸਾਂ ਨਵਾਂ ਦੀ ਕਿਰਤ ਕਹਿੰਦੇ ਆ, ਸੱਚੀ ਸੁੱਚੀ ਕਿਰਤ। ਇੱਕ ਕਿਰਤ ਹੈ ਜੋ ਭਗਤੀ ਬਣ ਜਾਂਦੀ ਹੈ, ਤੇ ਇੱਕ ਕੰਮ ਹੈ ਜੋ ਜੰਜਾਲ ਬਣ ਜਾਂਦਾ ਹੈ। ਕੰਮ ਹੀ ਭਗਤੀ ਬਣ ਜਾਂਦੀ ਹੈ, ਔਰ ਕੰਮ ਹੀ ਜੰਜਾਲ ਬਣ ਜਾਂਦਾ ਹੈ, ਤੇ ਆਪਣੇ ਹੀ ਜਾਲ ਦੇ ਅੰਦਰ ਬੰਦਾ ਫਸ ਜਾਂਦਾ। ਕੰਮ ਭਗਤੀ ਕਦੋਂ ਬਣ ਜਾਂਦੀ ਹੈ? ਕੰਮ ਉਹ ਹੀ ਹੈ, ਚਾਹੇ ਦੁਕਾਨ ਹੈ, ਖੇਤੀ ਹੈ, ਵਪਾਰ ਹੈ, ਨੌਕਰੀ ਹੈ, ਕੋਈ ਵੀ ਕਰਮ ਹੈ। ਜਦੋਂ ਬੰਦਾ ਸੱਚ ਨੂੰ ਆਧਾਰ ਬਣਾ ਕੇ ਕੰਮ ਕਰਦਾ ਹੈ ਨਾ, ਉਹ ਕੰਮ ਭਗਤੀ ਹੋ ਜਾਂਦਾ ਹੈ, ਉਹ ਕੰਮ ਕਿਰਤ ਹੋ ਜਾਂਦਾ ਹੈ, ਉਹ ਕੰਮ ਰੱਬ ਨਾਲ ਮਿਲਾਉਣ ਵਾਲਾ ਬਣ ਜਾਂਦਾ ਹੈ, ਉਹ ਕੰਮ ਇਨਸਾਨੀਅਤ ਪੈਦਾ ਕਰਦਾ ਹੈ, ਉਹ ਕੰਮ ਸੁੱਖ ਪੈਦਾ ਕਰਦਾ ਹੈ, ਸੰਤੋਖ ਪੈਦਾ ਕਰਦਾ ਹੈ। ਤੇ ਜਦੋਂ ਬੰਦੇ ਦੇ ਕੰਮ ਕਰਨ ਦਾ ਬੇਸ ਝੂਠ ਹੋਵੇ, ਲਾਲਚ ਹੋਵੇ, ਉਹ ਕੰਮ ਫਿਰ ਕੰਮ ਨਹੀਂ ਰਹਿੰਦਾ, ਉਹ ਕੰਮ ਧੰਦਾ ਬਣ ਜਾਂਦਾ ਹੈ, ਉਹ ਕੰਮ ਕਜੀਆ ਬਣ ਜਾਂਦਾ ਹੈ, ਉਹ ਕੰਮ ਜੰਜਾਲ ਬਣ ਜਾਂਦਾ। ਸੀ ਕਹਿੰਦੇ ਨੇ ਘਰ ਦੇ ਕਜੀਏ ਹੀ ਨਹੀਂ ਮੁੱਕਦੇ, ਘਰ ਦੇ ਧੰਦੇ ਹੀ ਨਹੀਂ ਮੁੱਕਦੇ। ਇਹ ਫਿਰ ਕਜੀਆ ਬਣ ਜਾਂਦਾ ਕੰਮ, ਜੰਜਾਲ ਬਣ ਜਾਂਦਾ ਕੰਮ, ਪੈਰਾਂ ਦੀਆਂ ਬੇੜੀਆਂ ਬਣ ਜਾਂਦਾ ਕੰਮ। ਔਰ ਪੈਰਾਂ ਦੀਆਂ ਬੇੜੀਆਂ ਦਾ ਮਤਲਬ ਸਾਡੀ ਮਾਨਸਿਕਤਾ ਵੱਜ ਜਾਂਦੀ ਹੈ ਇਹਨਾਂ ਕੰਮਾਂ ਵਿੱਚ, ਮਾਨਸਿਕਤਾ ਵਿੱਚ ਵਿਕਾਸ ਨਹੀਂ ਹੁੰਦਾ। ਫਿਰ ਅੰਦਰ ਸ਼ੁਭ ਗੁਣ ਪੁੰਗਰਦੇ ਨਹੀਂ, ਫਿਰ ਅੰਦਰ ਕਿਤੇ ਬਸੰਤ ਬਹਾਰ ਪੈਦਾ ਹੁੰਦੀ ਨਹੀਂ, ਬੰਦਾ ਵਿਕਾਰਾਂ ਦੇ ਵਿੱਚ ਹੀ ਵੱਜਾ ਰਹਿ ਜਾਂਦਾ ਹੈ। ਆਰਜਾ ਗਈ ਵਿਹਾਏ, ਧੰਦੇ ਧਾਇਆ। ਸੱਚ ਨੂੰ ਛੱਡ ਕੇ ਸਾਰੀ ਜ਼ਿੰਦਗੀ ਇਹਨਾਂ ਵਿਕਾਰੀ ਜੰਜਾਲਾਂ ਦੇ ਅੰਦਰ ਹੀ ਬੰਦਾ ਭਟਕਦਾ ਰਹਿੰਦਾ ਹੈ, ਸੁੱਖ ਨਹੀਂ ਪਾਉਂਦਾ ਔਰ ਦੁਖੀ ਹੁੰਦਾ ਰਹਿੰਦਾ ਹੈ। ਪੂਰਨ ਭੈ ਨਾ ਕਾਮ, ਮੋਹਿਆ ਮਾਇਆ। ਪੂਰਨ ਭੈ ਨਾ ਮਤਲਬ ਮੁੱਕਦੇ ਨਹੀਂ, ਸਿਰੇ ਨਹੀਂ ਚੜ੍ਹਦੇ। ਮੋਹਿਆ ਮਾਇਆ ਦਾ ਮਤਲਬ ਮਾਇਆ ਦਾ ਮੋਹਿਆ ਹੋਇਆ ਹੈ। ਮਾਇਆ ਦੇ ਮੋਹ ਕਰਕੇ ਇਹਦੇ ਕੰਮ ਮੁੱਕਣ ਵਿੱਚ ਹੀ ਨਹੀਂ ਆਉਂਦੇ, ਇਹਦੇ ਕੰਮ ਪੂਰੇ ਨਹੀਂ ਹੁੰਦੇ, ਕੋਈ ਕਾਰਜ ਸਿਰੇ ਹੀ ਨਹੀਂ ਚੜ੍ਹਦਾ, ਕਿਤੇ ਇਹਨੂੰ ਸ਼ਾਂਤੀ ਮਿਲਦੀ ਹੀ ਨਹੀਂ। ਹੁਣ ਮਾਇਆ ਕੀ ਹੈ ਇੱਥੇ? ਮਾਇਆ ਦਾ ਮਤਲਬ ਪੈਸਾ ਨਹੀਂ ਹੈ, ਮਾਇਆ ਦਾ ਮਤਲਬ ਮਾਂ ਵੀ ਹੁੰਦਾ ਹੈ, ਮਾਇਆ ਦਾ ਮੀਨਿੰਗ ਪੈਸਾ ਵੀ ਹੁੰਦਾ ਹੈ, ਪ੍ਰੋਪਰਟੀ ਵੀ ਹੈ, ਪਰ ਇੱਥੇ ਮਾਇਆ ਦਾ ਮਤਲਬ ਹੈ ਇੱਕ ਸੋਚ। ਐਸੀ ਸੋਚ ਦਾ ਬੰਦਾ ਮੋਹਿਆ ਹੋਇਆ ਹੈ, ਜਕੜਿਆ ਹੋਇਆ ਹੈ ਆਮ ਬੰਦਾ, ਜਿਹੜੀ ਸੋਚ ਬੰਦੇ ਨੂੰ ਰੱਬ ਵਰਗਾ ਨਹੀਂ ਬਣਨ ਦਿੰਦੀ, ਜਿਹੜੀ ਸੋਚ ਬੰਦੇ ਨੂੰ ਬੰਦੇ ਨਾਲ ਰੱਬ ਵਰਗਾ ਪਿਆਰ ਵਿਹਾਰ ਨਹੀਂ ਕਰਨ ਦਿੰਦੀ, ਜਿਹੜੀ ਸੋਚ ਬੰਦੇ ਦੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ, ਜਿਹੜੀ ਸੋਚ ਬੰਦੇ ਦੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ, ਉਸ ਸੋਚ ਦਾ ਮੋਹਿਆ ਹੋਇਆ ਹੈ, ਉਸ ਸੋਚ ਦਾ ਬੱਝਾ ਹੋਇਆ ਹੈ। ਤੇ ਐਸੀ ਸੋਚ ਦੇ ਨਾਲ ਜਿਹੜੇ ਵੀ ਕੰਮ ਕਰਦਾ ਹੈ, ਉਹ ਕੰਮ ਕਦੇ ਪੂਰੇ ਨਹੀਂ ਹੁੰਦੇ, ਸਿਰੇ ਚੜ੍ਹਦੇ ਨਹੀਂ, ਕਦੇ ਉਹਨਾਂ ਕੰਮਾਂ ਦਾ ਅੰਤ ਹੀ ਨਹੀਂ ਆਉਂਦਾ ਹੈ, ਔਰ ਕਦੇ ਵੀ ਇਹਦੇ ਅੰਦਰ ਸ਼ਾਂਤੀ ਨਹੀਂ ਆਉਂਦੀ। ਇਹਦੇ ਮਾਇਆ ਦੇ ਮੋਹ ਵਾਲੇ ਕੰਮ ਮੁੱਕਦੇ ਹੀ ਨਹੀਂ ਹੈ, ਕਿਉਂਕਿ ਅੰਦਰ ਮੋਹ ਹੈ, ਅੰਦਰ ਪਕੜ ਹੈ ਇਸ ਸੋਚ ਦੀ। ਤੇ ਜੇ ਸੋਚ ਦੀ ਪਕੜ ਚੋਂ ਬਾਹਰ ਆ ਜਾਏ ਤੇ ਕੰਮ ਫਿਰ ਵੀ ਕੰਮ ਰਹਿਣਗੇ, ਲੇਕਿਨ ਉਹ ਕੰਮ ਸ਼ਾਂਤੀ ਦੇਣ ਵਾਲੇ ਹੋਣਗੇ। ਫਿਰ ਇਹਦੇ ਉਹ ਮਾਇਆ ਮੋਹ ਵਾਲੇ ਕੰਮ ਸਾਰੇ ਮੁੱਕ ਜਾਣਗੇ, ਫਿਰ ਇਹਦੇ ਸੱਚ ਦੇ ਬੇਸ ਵਾਲੇ ਕੰਮ ਸ਼ੁਰੂ ਹੋ ਜਾਣਗੇ।
फिर इंसानियत वाला राह शुरू। क्या वे चारा जंत ਜਾਂ ਆਪ ਭੁਲਾਇਆ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਵਿਚਾਰਾ ਜੰਤ ਕੀ ਹੈ ਜਦੋਂ ਪ੍ਰਭੂ ਨੇ ਆਪ ਭੁਲਾਇਆ ਹੈ। ਹੁਣ ਇੱਥੇ ਸਾਡੇ ਅੰਦਰ ਇੱਕ ਕਨਫਿਊਜ਼ਨ ਪੈਦਾ ਹੁੰਦੀ ਹੈ ਕਿ ਰੱਬ ਨੇ ਭੁਲਾਇਆ ਹੋਇਆ ਹੈ ਤਾਂ ਸਾਡੇ ਕੀ ਵਸ। ਅਸਲ ਦੇ ਅੰਦਰ ਇਹ ਪਾਵਨ ਸ਼ਬਦ ਦੀ ਅਸੀਂ ਨਾ ਜਿਹੜੀ ਸਾਡੀ ਐਕਸਪਲੇਨੇਸ਼ਨ ਹੈ ਪ੍ਰੋਬਲਮ ਸਿਰਫ ਉਹਦੀ ਹੈ। ਰੱਬ ਕਦੇ ਕਿਸੇ ਨੂੰ ਨਹੀਂ ਭੁਲਾਉਂਦਾ। ਰੱਬ ਤਾਂ ਸਾਰਿਆਂ ਨੂੰ ਸਿੱਧਾ ਰਾਹ ਦਿੰਦਾ ਹੈ। ਰੱਬ ਨੇ ਹਰ ਬੰਦੇ ਵਾਸਤੇ ਇੱਕੋ ਜਿਹੀ ਚੀਜ਼ ਪੈਦਾ ਕੀਤੀ ਹੈ। ਇਹ ਨਹੀਂ ਕਿ ਜਿਹੜੇ ਭੁਲਾਏ ਨੇ ਉਹਨਾਂ ਵਾਸਤੇ ਕੋਈ ਹੋਰ ਧਰਤੀ ਪੈਦਾ ਕੀਤੀ ਹੈ। ਜੇ ਰੱਬ ਨੇ ਦੁਖੀ ਕਰਨਾ ਸੀ ਧਰਤੀ ਵੱਖਰੀ ਪੈਦਾ ਕਰ ਦਿੰਦਾ ਦੁਖਿਆਰਿਆਂ ਵਾਸਤੇ, ਐਵੇਂ ਨਹੀਂ ਹੈ। ਇੱਕੋ ਹੀ ਧਰਤੀ, ਇੱਕੋ ਹੀ ਚੰਦਰਮਾ, ਇੱਕੋ ਸੂਰਜ, ਇੱਕੋ ਪੌਣ ਪਾਣੀ, ਸਾਰਾ ਕੁਝ ਸਿਸਟਮ ਟੋਟਲ ਇੱਕ ਤਰ੍ਹਾਂ ਹੀ ਸਾਰਾ ਇਨਸਾਨ ਜਨਮ ਲੈ ਰਿਹਾ ਹੈ, ਇੱਕੋ ਸਿਸਟਮ ਦੇ ਅੰਦਰ ਜੀ ਰਿਹਾ ਹੈ। ਇੱਕੋ ਹੀ ਧਰਤੀ ਹੈ, ਸਾ ਧਰਤੀ ਸਾ ਪੌਣ ਚੁਲਾਰੇ ਜੁਗ ਜੀ ਖੇਲੇ ਥਾਮ ਕੈਸੇ। ਤਾਂ ਇਹ ਸਿਸਟਮ ਹੈ। ਜਾਂ ਆਪ ਭੁਲਾਇਆ ਦਾ ਮਤਲਬ ਰੱਬੀ ਹੁਕਮ ਹੈ। ਉਸ ਹੁਕਮ ਦੇ ਅੰਦਰ ਭੁੱਲਣਾ ਜਾਂ ਸਿੱਧੇ ਰਾਹ ਤੇ ਤੁਰਨਾ, ਇਹ ਚੁਆਇਸ ਬੰਦੇ ਦੀ ਆਪਣੀ ਹੈ। ਜੇ ਬੰਦਾ ਚਾਹੇ ਤਾਂ ਭੁੱਲਣ ਵਾਲਾ ਰਾਹ ਅਪਣਾ ਸਕਦਾ ਹੈ, ਤੇ ਜੇ ਬੰਦਾ ਚਾਹੇ ਤਾਂ ਇਹ ਸਿੱਧਾ ਰਾਸਤਾ ਅਪਣਾ ਸਕਦਾ ਹੈ। ਤੇ ਇਹਦੀ ਸੂਝ ਜਿਹੜੀ ਸਾਨੂੰ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਚੋਂ ਮਿਲ ਜਾਂਦੀ ਹੈ। ਹੁਣ ਜਿਹੜਾ ਝੂਠ ਬੋਲਣ ਦਾ ਰਾਸਤਾ ਹੈ ਨਾ, ਰੱਬ ਨੇ ਆਣ ਕੇ ਮੈਨੂੰ ਕਦੀ ਨਹੀਂ ਕਿਹਾ ਵੀ ਭਾਈ ਮੋਹਰ ਸਿੰਘਾ ਤੂੰ ਝੂਠ ਬੋਲਿਆ ਕਰ, ਜਾਂ ਤੂੰ ਲਾਲਚ ਕਰ, ਜਾਂ ਤੂੰ ਸ਼ਰਾਬ ਪੀ, ਜਾਂ ਤੂੰ ਠੱਗੀਆਂ ਮਾਰ, ਜਾਂ ਤੂੰ ਰਿਸ਼ਵਤ ਲੈ। ਕਦੀ ਮੈਨੂੰ ਆਣ ਕੇ ਉਹਨੇ ਨਹੀਂ ਕਿਹਾ। ਕਦੀ ਤੁਹਾਨੂੰ ਨਹੀਂ ਕਿਹਾ ਕਿਸੇ ਨੇ। ਜੇ ਤਾਂ ਮੈਨੂੰ ਰੱਬ ਆਣ ਕੇ ਕਹਿੰਦਾ ਹੋਵੇ ਨਾ ਕਿ ਮੋਹਰ ਸਿੰਘ ਤੂੰ ਝੂਠ ਬੋਲਿਆ ਕਰ, ਫਿਰ ਤਾਂ ਮੈਂ ਰੱਬ ਤੇ ਦੋਸ਼ ਲਾ ਸਕਦਾ ਵੀ ਯਾਰ ਮੈਨੂੰ ਰੱਬ ਨੇ ਭੁਲਾਇਆ, ਮੈਨੂੰ ਰੱਬ ਨੇ ਕਿਹਾ ਸੀ ਸੱਚ ਬੋਲਣ ਲਈ। ਝੂਠ ਤਾਂ ਮੈਂ ਆਪ ਬੋਲ ਰਿਹਾ ਹਾਂ। ਇਹ ਰਾਸਤਾ ਤੇ ਮੈਂ ਆਪ ਚੁਣਿਆ। ਸੱਚ ਜੇ ਮੈਂ ਬੋਲਣਾ ਹੈ ਤੇ ਉਹ ਰਾਸਤਾ ਮੈਂ ਆਪ ਚੁਣਨਾ ਹੈ। ਹਾਂ, ਉਹਦਾ ਜੋ ਫਲ ਹੈ ਉਹ ਰੱਬੀ ਹੁਕਮ ਦੇ ਵਿੱਚ ਮਿਲੇਗਾ। ਹੁਕਮ ਤੋਂ ਮੈਂ ਬਚ ਨਹੀਂ ਸਕਦਾ। ਇਹ ਰੱਬ ਦਾ ਹੁਕਮ ਹੈ। ਜੈਸਾ ਤੁਸੀਂ ਸੋਚੋਗੇ ਵੈਸਾ ਤੁਹਾਡੇ ਅੰਦਰ ਨਿਊਰਨਲ ਪੈਟਰਨ ਬਣਦਾ ਜਾਏਗਾ, ਵੈਸਾ ਸੁਭਾਅ ਬਣਦਾ ਜਾਏਗਾ, ਵੈਸੇ ਸੰਸਕਾਰ ਬਣ ਜਾਣਗੇ, ਵੈਸੀਆਂ ਆਦਤਾਂ ਬਣ ਜਾਣਗੀਆਂ। ਫਿਰ ਅੱਗੋਂ ਜੈਸੇ ਕਰਮ ਕਰੋਗੇ ਵੈਸਾ ਫਲ ਮਿਲ ਜਾਏਗਾ। ਜੇ ਮਾੜਾ ਸੋਚੋਗੇ ਤੁਹਾਡਾ ਸੁਭਾਅ ਮਾੜਾ ਬਣਦਾ ਚਲਾ ਜਾਏਗਾ, ਮਾੜਾ ਬਿਹੇਵੀਅਰ ਹੋ ਜਾਏਗਾ, ਤੇ ਫਿਰ ਮਾੜੇ ਹੀ ਹੋ ਜਾਓਗੇ। ਲੇਕਿਨ ਬੰਦਾ ਬੜਾ ਚਲਾਕ ਹੈ, ਕਿਉਂਕਿ ਇਹ ਚਲਾਕਾਂ ਦੀ ਦੁਨੀਆ ਵਿੱਚ ਵਿਚਰਦਾ ਹੈ, ਆਪਸ ਦੇ ਅੰਦਰ ਇਹ ਚਲਾਕੀਆਂ ਕਰਦਾ ਹੈ, ਔਰ ਆਪਣੀਆਂ ਗਲਤੀਆਂ ਦੂਜਿਆਂ ਦੇ ਉੱਤੇ ਮੜਨਾ ਇਸ ਬੰਦੇ ਦਾ ਸੁਭਾਅ ਹੈ। ਆਪ ਗਲਤ ਹੁੰਦਾ ਹੋਇਆ ਵੀ ਬਹੁਤੀ ਵਾਰੀ ਬੰਦਾ ਆਪਣੀ ਗਲਤੀ ਨਹੀਂ ਮੰਨਦਾ, ਦੂਜਿਆਂ ਤੇ ਗਲਤੀ ਥੋਪ ਦਿੰਦਾ ਹੈ। ਤਾਂ ਇੱਥੇ ਵੀ ਇਹ ਰੱਬ ਦੇ ਉੱਤੇ ਗਲਤੀ ਥੋਪ ਦਿੰਦਾ ਹੈ ਕਿ ਰੱਬ ਨੇ ਮੇਰੇ ਤੇ ਕਿਰਪਾ ਨਹੀਂ ਕੀਤੀ। ਹਾਂਜੀ, ਰੱਬ ਕਰੇਗਾ ਕਿਰਪਾ, ਮੇਰੇ ਵੱਸ ਕੀ, ਰੱਬ ਦੀ ਵੱਸ ਹੈ। ਤਾਂ ਰੱਬ ਨੂੰ ਦੋਸ਼ੀ ਠਹਿਰਾ ਦਿੱਤਾ ਜਾਂਦਾ ਹੈ। ਤਾਂ ਗੁਰੂ ਜੀ ਇਸ ਪੂਰੇ ਸਿਸਟਮ ਨੂੰ ਰੱਬੀ ਰਜ਼ਾ ਦੇ ਵਿੱਚ ਵੇਖ ਰਹੇ ਨੇ ਕਿ ਸਾਰੇ ਸਿਸਟਮ ਜਿਹੜਾ ਹੈ ਰੱਬੀ ਰਜ਼ਾ ਦੇ ਵਿੱਚ ਚੱਲ ਰਿਹਾ ਹੈ, ਤੇ ਰੱਬੀ ਰਜ਼ਾ ਦੇ ਵਿੱਚ ਹੀ ਇਹ ਜਿਹੜਾ ਜੀਵ ਹੈ ਉਹ ਭੁੱਲ ਜਾਂਦਾ ਹੈ, ਭਾਵ ਕਿ ਭੁੱਲਣ ਵਾਲੇ ਰਾਸਤੇ ਨੂੰ ਇਹ ਚੁਣ ਲੈਂਦਾ ਹੈ। ਸ਼ਲੋਕ ਬਸੰਤ ਸਵਰਗ ਲੋਕ ਹੈ, ਜਿਤ ਤੇ ਪ੍ਰਿਥਵੀ ਨਵ ਖੰਡਣ ਹੈ। ਬਸੰਤ ਦਾ ਮਤਲਬ ਜੇ ਵਸਦੇ ਹੋਣ, ਸਵਰਗ ਲੋਕ ਹੈ ਦਾ ਮਤਲਬ ਸਵਰਗ ਵਰਗੇ ਦੇਸ਼ ਜਿਹਨੂੰ ਅਸੀਂ ਸਵਰਗ ਮੰਨਦੇ ਹਾਂ। ਜਿੱਤਦੇ ਦਾ ਮਤਲਬ ਜਿੱਤ ਲੈਣ। ਨਵ ਖੰਡਣੇ ਦਾ ਮਤਲਬ 9 ਖੰਡ ਪ੍ਰਿਥਵੀ, ਯਾਨੀ ਸਾਰੀ ਧਰਤੀ। ਪ੍ਰਿਥਵੀ ਦੇ 9 ਖੰਡ ਮੰਨੇ ਗਏ ਨੇ। ਇਹਦਾ ਮਤਲਬ ਸਾਰੀ ਪ੍ਰਿਥਵੀ, ਸਾਰਾ ਸੰਸਾਰ ਜਿਹੜਾ ਜਿੱਥੋਂ ਤੱਕ ਆ ਮਨੁੱਖ ਮਾਤਰ ਵਸ ਰਹੇ ਨੇ, ਜੇ ਕਿ ਉਹਨੂੰ ਸਾਰੇ ਨੂੰ ਵੀ ਜਿੱਤ ਲਵੇ। ਗੁਰੂ ਜੀ ਕਹਿੰਦੇ ਨੇ ਜੇ ਸਵਰਗ ਵਰਗੇ ਦੇਸ਼ ਵਿੱਚ ਵਸਦੇ ਹੋਣ, ਔਰ ਜੇ ਕੋਈ ਸਾਰੀ ਧਰਤੀ ਨੂੰ ਵੀ ਜਿੱਤ ਲੈਣ, ਸਵਰਗ ਵਰਗਾ ਦੇਸ਼ ਹੋਵੇ ਜਿਹਨੂੰ ਅਸੀਂ ਸਵਰਗ ਮੰਨਦੇ ਆ ਨਾ, ਜਿਹੜਾ ਸਾਨੂੰ ਭਰਮ ਭੁਲੇਖੇ ਪਾਏ ਗਏ ਨੇ ਕਿ ਸਵਰਗ ਹੈ, ਉੱਥੇ ਹਰ ਮੌਸਮ ਦੇ ਵਿੱਚ ਹਰ ਕਿਸਮ ਦਾ ਫਲ ਲੱਗਾ ਹੋਇਆ ਹੈ, ਸ਼ਹਿਦ ਦੀਆਂ ਨਦੀਆਂ ਵਗ ਰਹੀਆਂ ਨੇ, ਸ਼ੁੱਧ ਸ਼ਰਾਬ ਦੀਆਂ ਨਦੀਆਂ ਵਗ ਰਹੀਆਂ ਨੇ, 72 ਹੂਰਾਂ ਨੇ, ਖਾਣ ਪੀਣ ਵਾਸਤੇ ਪਦਾਰਥ ਨੇ, ਤੇ ਕੰਮ ਕਰਨ ਵਾਸਤੇ ਕੁਛ ਨਹੀਂ, ਬਸ ਸੌਖੀ ਸੌਖੇ ਸਿਰਫ ਵਿਹਲੇ। ਸਵਰਗ ਵਰਗਾ ਦੇਸ਼ ਹੋਵੇ, 9 ਖੰਡ ਪ੍ਰਿਥਵੀ ਨੂੰ ਵੀ ਜੇ ਕੋਈ ਜਿੱਤ ਲਵੇ, ਤਾਂ ਗੁਰੂ ਜੀ ਕਹਿੰਦੇ ਨੇ ਬਿਸਰੰਤ ਹਰ ਗੋਪਾਲ ਹੈ। ਜੇ ਬਿਸਰੰਤ ਦਾ ਮਤਲਬ ਵਿਸਾਰ ਦਵੇ, ਗੋ ਦਾ ਮਤਲਬ ਸ੍ਰਿਸ਼ਟੀ, ਪਾਲ ਦਾ ਮਤਲਬ ਪਾਲਣ ਵਾਲਾ। ਜਿਹੜਾ ਸ੍ਰਿਸ਼ਟੀ ਨੂੰ ਪਾਲਣ ਵਾਲਾ ਹਰ ਹੈ, ਰੱਬ ਹੈ, ਜੇ ਉਹਨੂੰ ਬੰਦਾ ਵਿਸਾਰ ਦੇ, ਰੱਬੀ ਗੁਣਾਂ ਨੂੰ ਭੁਲਾ ਦੇਵੇ, ਰੱਬੀ ਹੁਕਮ ਨੂੰ ਭੁਲਾ ਦੇ,
ਤੇ ਸਵਰਗ ਵਰਗੇ ਦੇਸ਼ ਵਿੱਚ ਵਸਦਾ ਹੋਵੇ, ਨੌਖੰਡ ਪ੍ਰਿਥਵੀ ਜਿੱਤ ਕੇ ਨੌਖੰਡ ਪ੍ਰਿਥਵੀ ਦਾ ਬਾਦਸ਼ਾਹ ਬਣ ਜਾਏ। ਗੁਰੂ ਜੀ ਕਹਿੰਦੇ ਨੇ ਨਾਨਕ ਤੇ ਪ੍ਰਾਣੀ ਉਦਿਆਨ ਭਰਮਣ ਹੈ। ਉਦਿਆਨ ਦਾ ਮਤਲਬ ਜੰਗਲ, ਭਰਮਣੇ ਦਾ ਮਤਲਬ ਭਟਕ ਰਹੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਉਹਨਾਂ ਪ੍ਰਾਣੀਆਂ ਨੂੰ ਇਹ ਸਮਝ ਲਓ ਕਿ ਉਦਿਆਨ, ਜੰਗਲ, ਬਿਆਬਾਨ ਦੇ ਅੰਦਰ ਭਟਕਣ ਵਾਲੇ ਮਨੁੱਖਾਂ ਵਰਗੇ ਨੇ। ਜਿਵੇਂ ਜੰਗਲ ਦੇ ਅੰਦਰ ਕੋਈ ਭਟਕ ਜਾਏ, ਜੰਗਲ ਵਿੱਚ ਰਾਹ ਨਾ ਲੱਭੇ, ਜੰਗਲ ਵਿੱਚ ਕੋਈ ਖਾਣ ਪੀਣ ਵਾਸਤੇ ਪਦਾਰਥ ਨਾ ਮਿਲੇ, ਉੱਥੇ ਚੋਰ ਲੁਟੇਰਿਆਂ ਦਾ ਵੀ ਡਰ ਹੋਵੇ, ਉੱਥੇ ਜਿਹੜੇ ਨੇ ਜੰਗਲੀ ਜਾਨਵਰਾਂ ਦਾ ਵੀ ਡਰ ਹੋਵੇ, ਐਸੇ ਭਟਕੇ ਹੋਏ ਮਨੁੱਖ ਦਾ ਹਾਲ ਕੀ ਹੋਏਗਾ? ਬੇਹਾਲ ਹੋ ਜਾਏਗਾ ਨਾ, ਡਰਾਵਣਾ ਉਹਦਾ ਸਮਾਂ ਬੀਤੇਗਾ। ਤਾਂ ਗੁਰੂ ਜੀ ਕਹਿੰਦੇ ਨੇ ਜੇ ਕੋਈ ਨੌਖੰਡ ਪ੍ਰਿਥਵੀ ਨੂੰ ਵੀ ਜਿੱਤ ਲਵੇ, ਸਵਰਗ ਵਰਗੇ ਥਾਂ ਦੇ ਉੱਤੇ ਵੀ ਵਸਦਾ ਹੋਵੇ, ਪਰ ਜੇ ਉਹਦੇ ਅੰਦਰ ਰੱਬੀ ਗੁਣ ਨਹੀਂ ਹਨ ਤਾਂ ਇੰਨਾ ਕੁਛ ਹੁੰਦਿਆਂ ਵੀ ਉਹ ਜੰਗਲ ਦੇ ਅੰਦਰ ਭਟਕਣ ਵਾਲੇ ਮਨੁੱਖਾਂ ਦੀ ਤਰ੍ਹਾਂ ਦੁਖੀ ਰਹੇਗਾ। ਕਿਉਂਕਿ ਸੁੱਖ ਸਾਨੂੰ ਪਦਾਰਥਾਂ ਨੇ ਨਹੀਂ ਦੇਣਾ, ਸੁੱਖ ਸਾਡੀ ਸੋਚ ਕਰਕੇ ਹੈ, ਸੁੱਖ ਸੋਚ ਕਰਕੇ ਹੈ। ਦੇਖੋ ਜਿਨ੍ਹਾਂ ਕੋਲ ਪਦਾਰਥ ਨਹੀਂ ਉਹ ਤੇ ਵਿਚਾਰੇ ਦੁਖੀ ਹੈ ਹੀ ਨੇ। ਜਿਨ੍ਹਾਂ ਕੋਲ ਘਰ ਨਹੀਂ, ਫੁੱਟਪਾਥ ਤੇ ਬੈਠੇ ਨੇ, ਪਾਉਣ ਲਈ ਕੱਪੜੇ ਨਹੀਂ, ਕੱਪੜੇ ਫਟੇ ਹੋਏ ਨੇ, ਪੈਰਾਂ ਵਿੱਚ ਜੁੱਤੀਆਂ ਨਹੀਂ, ਰਹਿਣ ਲਈ ਮਕਾਨ ਨਹੀਂ, ਖਾਣ ਲਈ ਭੋਜਨ ਨਹੀਂ, ਉਹ ਤੇ ਦੁਖੀ ਹੈ ਹੀ ਨੇ, ਉਹ ਤੇ ਸਮਝ ਆਉਂਦੀ ਹੈ। ਲੇਕਿਨ ਜਿਨ੍ਹਾਂ ਦੇ ਕੋਲ ਘਰ ਨੇ, ਮਕਾਨ ਨੇ, ਕੋਠੀਆਂ ਨੇ, ਕੱਪੜੇ ਨੇ, ਖਾਣ ਲਈ ਪਦਾਰਥ ਨੇ, ਕੀ ਉਹ ਸਾਰੇ ਸੁਖੀ ਨੇ? ਨਹੀਂ ਨਾ ਸੁਖੀ। ਅਸੀਂ ਹੁਣ ਦੇਖੋ, ਜੇ ਅਸੀਂ ਆਪਣੇ ਦੇਸ਼ਾਂ ਦਾ ਕੰਪੈਰੀਜ਼ਨ ਕਰੀਏ ਤਾਂ ਅਸੀਂ ਇੰਡੀਆ ਨੂੰ ਛੱਡ ਕੇ ਇਹਨਾਂ ਦੇਸ਼ਾਂ ਵਿੱਚ ਆ ਵਸੇ, ਕਿਉਂਕਿ ਇੱਥੇ ਸਹੂਲਤਾਂ ਨੇ, ਇੱਥੇ ਕਾਨੂੰਨ ਨੂੰ ਆਮ ਕਰਕੇ ਫੋਲੋ ਕੀਤਾ ਜਾਂਦਾ ਹੈ, ਔਰ ਜਿਹੜੀਆਂ ਛੋਟੀਆਂ ਮੋਟੀਆਂ ਠੱਗੀਆਂ ਰਿਸ਼ਵਤਾਂ ਨੇ ਉਹ ਨਹੀਂ, ਸਹੀ ਮਤਲਬ ਜ਼ਿੰਦਗੀ ਜਿਵੇਂ ਚੱਲਣੀ ਚਾਹੀਦੀ ਠੀਕ ਚੱਲਦੀ ਹੈ। ਤਾਂ ਕੀ ਇੱਥੇ ਸਾਰੇ ਸੁਖੀ ਨੇ? ਇੱਥੇ ਤਾਂ ਇੰਡੀਆ ਵਰਗਾ ਕੋਈ ਮੰਗਤਾ ਕੋਈ ਨਹੀਂ, ਕੁਛ ਲੋਕ ਹੈ ਨੇ ਡਰੱਗੀ ਵਗੈਰਾ, ਲੇਕਿਨ ਇੱਥੇ ਸਹੂਲਤਾਂ ਹੁੰਦਿਆਂ ਵੀ ਕੀ ਸਾਰੇ ਸੁਖੀ ਨੇ? ਨਹੀਂ ਸੁਖੀ। ਤਾਂ ਸੁਖੀ ਜੇਕਰ ਕੱਲ ਨੂੰ ਮੰਗਲ ਗ੍ਰਹਿ ਤੇ ਵੀ ਕਲੋਨੀਆਂ ਬਣ ਗਈਆਂ, ਉੱਥੇ ਵੀ ਸੁਖੀ ਨਹੀਂ ਰਹਿਣਾ। ਤੇ ਮੈਂ ਇੱਕ ਦਿਨ ਬੇਨਤੀ ਕੀਤੀ ਸੀ, ਜੇ ਰੱਬ ਸਾਨੂੰ ਸਾਰਿਆਂ ਨੂੰ ਚੁੱਕ ਕੇ ਕਿਤੇ ਉਤਲੇ ਸਵਰਗ ਵਿੱਚ ਪਹੁੰਚਾ ਦੇ ਨਾ, ਜਿੱਥੇ ਸਵਰਗ ਅਸੀਂ ਮੰਨਦੇ ਹਾਂ, ਜੇ ਸਾਰੇ ਦੁਨੀਆ ਦੇ ਹਿੰਦੂ, ਮੁਸਲਮਾਨ, ਸਿੱਖਾਂ ਨੂੰ, ਈਸਾਈਆਂ, ਬੋਧੀਆਂ ਨੂੰ ਸਵਰਗ ਵਿੱਚ ਪਹੁੰਚਾ ਦੇਵੇ, ਸਵੇਰੇ ਅਸੀਂ ਉੱਠੀਏ ਤੇ ਸਵਰਗ ਹੋਵੇ, ਤਾਂ ਕੀ ਉਹ ਸਵਰਗ ਰਹਿ ਜਾਏਗਾ ਜਿੱਥੇ ਅਸੀਂ ਪਹੁੰਚ ਜਾਵਾਂ? ਅਗਲੇ ਦਿਨ ਹੀ ਉਹ ਨਰਕ ਬਣ ਜਾਏ, ਕਿਉਂਕਿ ਪਹੁੰਚਣਾ ਤੇ ਅਸੀਂ ਹੈ ਨਾ ਉੱਥੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜੇ ਰੱਬੀ ਗੁਣਾਂ ਨੂੰ ਭੁਲਾ ਦਿਓਗੇ, ਥਾਂ ਜਿੰਨੇ ਮਰਜ਼ੀ ਕੀਮਤੀ ਹੋਣ, ਸਿੰਘਾਸਨ ਜਿੰਨੇ ਮਰਜ਼ੀ ਕੀਮਤੀ ਹੋਣ, ਜੰਗਲਾਂ ਦੇ ਅੰਦਰ ਭਟਕ ਰਹੇ ਮਨੁੱਖ ਦੀ ਤਰ੍ਹਾਂ ਹੋਵੋਗੇ, ਤੁਸੀਂ ਉਸ ਸਥਾਨ ਨੂੰ ਵੀ ਜੰਗਲ ਬਣਾ ਦਿਓਗੇ। ਕੌਤਕ ਕੋੜ ਤਮਾਸ਼ਿਆਂ ਚਿਤ ਨਾ ਆਵਸ ਨਾਉ। ਕੌਤਕ ਦਾ ਮਤਲਬ ਖੇਲ, ਚੋਜ। ਕੋੜ ਦਾ ਮਤਲਬ ਇੱਥੇ ਹੈ ਕਰੋੜਾਂ। ਚਿੱਤ ਦਾ ਮਤਲਬ ਚਿੱਤ ਵਿੱਚ, ਨਾ ਆਵਸ ਦਾ ਮਤਲਬ ਜੇ ਉਹਨੂੰ ਨਾ ਆਵੇ। ਗੁਰੂ ਜੀ ਕਹਿੰਦੇ ਨੇ ਜਗਤ ਦੇ ਕਰੋੜਾਂ ਚੋਜ ਤਮਾਸ਼ਿਆਂ ਦੇ ਕਾਰਨ ਜੇ ਪ੍ਰਭੂ ਚਿੱਤ ਵਿੱਚ ਨਾ ਰਹੇ, ਚਿੱਤ ਦਾ ਮਤਲਬ ਯਾਦ, ਸੋਚ, ਪ੍ਰਭੂ ਦਾ ਮਤਲਬ ਰੱਬੀ ਗੁਣ, ਰੱਬੀ ਹੁਕਮ, ਮਾਇਆ ਦੇ ਕੌਤਕ ਤਮਾਸ਼ੇ ਹੋਣ, ਚੋਜ ਹੋਣ, ਖੇਲ ਤਮਾਸ਼ੇ ਹੋਣ, ਲੇਕਿਨ ਜੇ ਰੱਬ ਚੇਤੇ ਨਹੀਂ, ਰੱਬੀ ਗੁਣ ਚੇਤੇ ਨਹੀਂ, ਅੰਦਰ ਸਤ ਸੰਤੋਖ ਦਇਆ ਧਰਮ ਨਹੀਂ ਹਨ, ਤਾਂ ਜੀ ਕਹਿੰਦੇ ਨੇ ਨਾਨਕ ਕੋੜੀ ਨਰਕ ਬਰਾਬਰ ਉਜੜ ਸੋਈ ਥਾਉ। ਨਾਨਕ ਕੋੜੀ ਨਰਕ ਬਰਾਬਰੇ ਉਜੜ ਸੋਈ ਥਾਉ। ਇੱਥੇ ਕੋੜੀ ਨਰਕ ਜਿਹੜਾ ਨਾ, ਇਹਦਾ ਮਤਲਬ ਭਿਆਨਕ ਨਰਕ। ਇੱਥੇ ਕੋੜੀ ਔਰ ਨਰਕ ਇਕੱਠੇ ਸ਼ਬਦ ਨੇ। ਕੋੜੀ ਨਰਕ ਦਾ ਮਤਲਬ ਇੱਥੇ ਕੋੜੀ ਸ਼ਬਦ ਜਿਹੜਾ ਹੈ ਵਿਸ਼ੇਸ਼ਣ ਹੈ, ਕੋਰ, ਭਿਆਨਕ ਨਰਕ। ਨਾਨਕ ਸ਼ਬਦ ਤੇ ਰੁਕ ਜਾਣਾ ਥੋੜਾ। ਨਾਨਕ ਕੋੜੀ ਨਰਕ ਬਰਾਬਰ ਹੈ। ਕੋੜੀ ਨਰਕ ਦਾ ਮਤਲਬ ਕੋਰ, ਭਿਆਨਕ ਨਰਕ। ਉਜੜ ਦਾ ਮਤਲਬ ਉਜੜਿਆ ਹੋਇਆ, ਉਜਾੜ। ਤਾਂ ਗੁਰੂ ਜੀ ਕਹਿੰਦੇ ਨੇ ਉਹ ਥਾਂ ਉਜਾੜ ਸਮਝੋ ਤੇ ਉਹ ਥਾਂ ਭਿਆਨਕ ਨਰਕ ਦੇ ਬਰਾਬਰ ਹੈ। ਭਿਆਨਕ ਨਰਕ ਦੇ ਬਰਾਬਰ ਉਜਾੜ ਸਮਝੋ ਉਸ ਥਾਂ ਨੂੰ ਜਿੱਥੇ ਰੱਬ ਚੇਤੇ ਨਹੀਂ ਹੈ। ਇਹਨੂੰ ਫਿਰ ਸਰਵਣ ਕਰ ਲਓ ਕਿ ਜੇ ਕੋਈ ਬੰਦਾ ਸਵਰਗ ਵਿੱਚ ਵਸਦਾ ਹੋਵੇ, ਸਵਰਗ ਵਰਗੇ ਥਾਂ ਤੇ ਨੌਖੰਡ ਪ੍ਰਿਥਵੀ ਨੂੰ ਜੇ ਕੋਈ ਜਿੱਤ ਲਵੇ, ਰੱਬ ਨੂੰ ਜੇਕਰ ਉਹ ਵਿਸਾਰ ਦਿੰਦਾ ਹੈ,
ਲੇਕਿਨ ਉਹਦੀ ਜ਼ਿੰਦਗੀ ਦੇ ਅੰਦਰ ਕਰੋੜਾਂ ਤਮਾਸ਼ੇ ਨੇ, ਮौज ਬਹਾਰਾਂ ਨੇ, ਪਰ ਰੱਬੀ ਗੁਣ ਚੇਤੇ ਨਹੀਂ, ਤਾਂ ਗੁਰੂ ਜੀ ਕਹਿੰਦੇ ਨੇ ਉਸ ਅਸਥਾਨ ਨੂੰ ਭਿਆਨਕ ਨਰਕ ਦੀ ਤਰ੍ਹਾਂ ਸਮਝੋ, ਉਸ ਸਥਾਨ ਨੂੰ ਉਜਾੜ ਦੀ ਤਰ੍ਹਾਂ ਸਮਝੋ, ਜਿੱਥੇ ਇਨਸਾਨੀਅਤ ਨਹੀਂ ਹੈ। ਬੇਸ਼ੱਕ ਜਿੰਨੇ ਮਰਜ਼ੀ ਮਹਿਲ ਮਾੜੀਆਂ ਹੋਣ, ਜੇ ਇਨਸਾਨੀਅਤ ਨਹੀਂ, ਜੇ ਸੱਚਾਈ ਨਹੀਂ ਦਿਲਾਂ ਵਿੱਚ, ਜੇ ਪਿਆਰ ਨਹੀਂ, ਜੇ ਨਿਰਭੈਤਾ ਨਿਰਵੈਰਤਾ ਨਹੀਂ, ਜੇ ਉੱਥੇ ਰੱਬੀ ਕਾਨੂੰਨਾਂ ਦਾ ਪਾਲਨ ਨਹੀਂ ਕੀਤਾ ਜਾਂਦਾ, ਰਜ਼ਾ ਵਿੱਚ ਨਹੀਂ ਤੁਰਿਆ ਜਾਂਦਾ, ਲਾ ਆਫ ਨੇਚਰ ਨੂੰ ਫੋਲੋ ਨਹੀਂ ਕੀਤਾ ਜਾਂਦਾ, ਤਾਂ ਉਹ ਅਸਥਾਨ ਵੀ ਨਰਕ ਦੇ ਬਰਾਬਰ ਹੈ। ਪੌੜੀ ਮਹਾਭਿਆਨ ਉਦਿਆਨ ਨਗਰ ਕਰ ਮਾਨਿਆ। ਮਹਾਭਿਆਨ ਦਾ ਮਤਲਬ ਬੜਾ ਡਰਾਉਣਾ ਜੰਗਲ, ਉਦਿਆਨ ਦਾ ਮਤਲਬ ਜੰਗਲ, ਨਗਰ ਦਾ ਮਤਲਬ ਸ਼ਹਿਰ। ਭਲੇਖੇ ਦੇ ਨਾਲ ਬੜੇ ਡਰਾਉਣੇ ਜੰਗਲ ਨੂੰ ਜੀਵਾਂ ਨੇ ਸ਼ਹਿਰ ਕਰਕੇ ਮੰਨ ਲਿਆ। ਜਿਵੇਂ ਅਸੀਂ ਰੇਗਿਸਤਾਨ ਵਿੱਚ ਜਾਈਏ ਨਾ, ਤਾਂ ਬਹੁਤ ਦੂਰ ਇੰਜ ਪ੍ਰਤੀਤ ਹੁੰਦਾ ਜਿਵੇਂ ਪਾਣੀ ਦਾ ਸਰੋਵਰ ਹੈ, ਲਹਿਰਾਂ ਉੱਠ ਰਹੀਆਂ ਨੇ, ਤੇ ਹਿਰਨ ਉਧਰ ਵੇਖ ਕੇ ਉਹਨੂੰ ਪਾਣੀ ਸਮਝ ਪੈਂਦਾ ਹੈ, ਤੇ ਪਾਣੀ ਸਮਝ ਕੇ ਉਧਰ ਦੌੜਦਾ ਹੈ, ਪਰ ਦੌੜ ਦੌੜ ਕੇ ਥੱਕ ਜਾਂਦਾ, ਪਾਣੀ ਆਉਂਦਾ ਨਹੀਂ, ਉਹਦੀ ਮੌਤ ਹੋ ਜਾਂਦੀ ਹੈ, ਕਿਉਂਕਿ ਪਾਣੀ ਹੈ ਨਹੀਂ ਸੀ, ਉਹਨੇ ਪਾਣੀ ਸਮਝ ਲਿਆ। ਰਾਤ ਨੂੰ ਰੱਸੀ ਪਈ ਹੈ, ਤੇ ਬੰਦਾ ਹਨੇਰੇ ਦੇ ਕਾਰਨ ਉਹਨੂੰ ਸੱਪ ਸਮਝ ਪੈਂਦਾ ਤੇ ਡਰਦਾ ਹੈ। ਸੱਪ ਹੈ ਨਹੀਂ, ਲੇਕਿਨ ਉਹਨੂੰ ਸੱਪ ਸਮਝ ਬੈਠਾ ਹੈ, ਇਸ ਕਰਕੇ ਡਰ ਰਿਹਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਮਹਾਭਿਆਨ ਉਦਿਆਨ, ਜਿਵੇਂ ਕੋਈ ਮਹਾਨ ਡਰਾਉਣਾ ਜੰਗਲ ਹੋਵੇ, ਨਗਰ ਕਰ ਮਾਨਿਆ, ਤੇ ਉਸ ਮਹਾਨ ਡਰਾਉਣੇ ਜੰਗਲ ਨੂੰ ਕੋਈ ਸ਼ਹਿਰ ਸਮਝ ਲੈ, ਵਸਦਾ ਹੋਇਆ ਸ਼ਹਿਰ, ਤੇ ਸ਼ਹਿਰ ਸਮਝ ਕੇ ਉਸ ਜੰਗਲ ਵੱਲ ਚਲਾ ਜਾਏ, ਉਸ ਬੰਦੇ ਦਾ ਕੀ ਹਾਲ ਹੋਏਗਾ। ਜਾਂ ਤਾਂ ਉਹਨੂੰ ਕੋਈ ਚੋਰ ਲੁਟੇਰਾ ਲੁੱਟ ਲੇਗਾ, ਜਾਂ ਉਹ ਬੰਦਾ ਉਸ ਜੰਗਲ ਦੇ ਅੰਦਰ ਕਿਸੇ ਜੰਗਲੀ ਜਾਨਵਰ ਦੇ ਹੱਥੋਂ ਮਾਰਿਆ ਜਾਏਗਾ, ਆਪਣੀ ਜਾਨ ਗਵਾ ਲੇਗਾ, ਉਹਦੀ ਸੁੱਖ ਸ਼ਾਂਤੀ ਸਾਰਾ ਕੁਝ ਤਬਾਹ ਹੋ ਜਾਏਗਾ। ਇਸੇ ਤਰ੍ਹਾਂ ਹੀ ਮਹਾਨ ਭਿਆਨ ਉਦਿਆਨ ਨੂੰ, ਭਿਆਨਕ ਜੰਗਲ ਨੂੰ ਬੰਦੇ ਨੇ ਵਸਦਾ ਹੋਇਆ ਸ਼ਹਿਰ ਸਮਝਿਆ ਹੈ। ਤੇ ਉਹ ਕਿਹੜਾ ਹੈ ਮਹਾਨ ਭਿਆਨਕ ਜੰਗਲ ਜਿਹਨੂੰ ਸ਼ਹਿਰ ਸਮਝੀ ਬੈਠੇ ਆ? ਜਿਹੜੀ ਸਾਡੀ ਸੋਚ ਹੈ, ਔਰ ਜਿਸ ਸੋਚ ਦੇ ਨਾਲ ਇਹ ਦੁਨੀਆ ਚੱਲ ਰਹੀ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਸੇ ਨੂੰ ਵਸਦਾ ਹੋਇਆ ਸ਼ਹਿਰ ਸਮਝ ਬੈਠਾ ਹੈ ਕਿ ਸ਼ਾਇਦ ਇਹ ਸ਼ਹਿਰ ਹੈ, ਇਹ ਸੁੱਖਾਂ ਦਾ ਸਾਧਨ ਹੈ, ਜਦੋਂ ਕਿ ਇਹ ਜੰਗਲ ਹੈ, ਜਦੋਂ ਕਿ ਇਹਨਾਂ ਕਰਕੇ ਬੰਦਾ ਦੁਖੀ ਹੈ। ਤੇ ਇਸ ਜੰਗਲ ਨੂੰ, ਜੋ ਜੰਗਲੀ ਬਿਰਤੀ ਹੈ, ਜੋ ਜੰਗਲੀ ਜੀਵਨ ਹੈ ਵਿਕਾਰਾਂ ਵਾਲਾ, ਇਹਨੂੰ ਬੰਦਾ ਸ਼ਹਿਰ ਸਮਝੀ ਬੈਠਾ। ਝੂਠ ਸਮਗਰੀ ਪੇਖ ਸੱਚ ਕਰ ਜਾਣਿਆ। ਸਮਗਰੀ ਦਾ ਮਤਲਬ ਪਦਾਰਥ, ਝੂਠ ਦਾ ਮਤਲਬ ਨਾਸ਼ ਹੋਣ ਵਾਲੇ, ਪੇਖ ਦਾ ਮਤਲਬ ਵੇਖ ਕੇ, ਸੱਚ ਦਾ ਮਤਲਬ ਸਦਾ ਰਹਿਣ ਵਾਲੇ। ਯਾਨੀ ਜੋ ਨਾਸ਼ਵੰਤ ਪਦਾਰਥਾਂ ਨੂੰ ਵੇਖ ਕੇ ਸਦਾ ਟਿਕੇ ਰਹਿਣ ਵਾਲਾ ਸਮਝ ਬੈਠਾ ਹੈ ਕਿ ਸਦਾ ਟਿਕੇ ਰਹਿਣੇ। ਪਦਾਰਥਾਂ ਨੇ ਸਦਾ ਨਹੀਂ ਰਹਿਣਾ, ਪਰਿਵਾਰ ਨੇ ਸਦਾ ਨਹੀਂ ਰਹਿਣਾ, ਮੈਂ ਖੁਦ ਵੀ ਸਦਾ ਨਹੀਂ ਰਹਿਣਾ, ਇਹ ਚੀਜ਼ਾਂ ਨਾਸ਼ਵੰਤ ਨੇ। ਤੇ ਜਦੋਂ ਮੈਂ ਖੁਦ ਸਦਾ ਰਹਿਣਾ ਹੀ ਨਹੀਂ, ਤਾਂ ਮੈਂ ਕਿਉਂ ਠੱਗੀਆਂ ਮਾਰਾਂ, ਕਿਉਂ ਪਾਪ ਕਰਾਂ, ਕਿਉਂ ਵਿਰੋਧ ਕਰਾਂ? ਜਦੋਂ ਇਹਨਾਂ ਪਦਾਰਥਾਂ ਨੇ ਸਦਾ ਨਹੀਂ ਰਹਿਣਾ, ਨਾਸ਼ ਹੋ ਜਾਣਾ ਹੈ, ਤਾਂ ਮੈਂ ਇਹਨਾਂ ਵਿੱਚੋਂ ਖੁਸ਼ੀਆਂ ਕਿਉਂ ਪਾਲਾਂ? ਇਹ ਮੇਰੀਆਂ ਲੋੜਾਂ ਨੇ। ਕਾਮ ਕ੍ਰੋਧ ਆਦਿਕ ਨੇ ਮੈਨੂੰ ਸदैवी ਜੀਵਨ ਨਹੀਂ ਦੇਣਾ, ਤਾਂ ਮੈਂ ਈਰਖਾ ਦੁਆਸ਼ ਦੇ ਵਿੱਚ ਕਿਉਂ ਜ਼ਿੰਦਗੀ ਬਰਬਾਦ ਕਰਾਂ? ਸਤ ਸੰਤੋਖ ਦਇਆ ਧਰਮ ਧੀਰਜ ਆਦਿਕ ਜੋ ਸ਼ੁਭ ਗੁਣ ਨੇ, ਇਹ ਮੈਨੂੰ ਸदैवी ਸੁਖ ਦੇ ਸਕਦੇ ਨੇ। ਇਨਸਾਨੀਅਤ ਮੇਰੇ ਅੰਦਰ ਪੈਦਾ ਹੋ ਜਾਏ, ਮੈਨੂੰ ਸੁਖ ਦੇ ਸਕਦੀ ਹੈ। ਰੱਬੀ ਰਜਾ ਦੇ ਅੰਦਰ ਮੈਂ ਤੁਰਾਂ ਤਾਂ ਉੱਥੋਂ ਸੁਖ ਮਿਲ ਸਕਦਾ ਹੈ, ਕਿਉਂਕਿ ਰੱਬੀ ਰਜਾ ਸदैव ਹੈ। ਪਰ ਇਹਨੇ ਨਾਸ਼ਮਾਨ ਜੋ ਆਤਮਕ ਮੌਤ ਲਿਆਉਣ ਵਾਲੇ ਵਿਕਾਰ ਪਾਪ ਨੇ, ਉਹਨਾਂ ਨੂੰ ਇਹਨੇ ਸੱਚ ਸਮਝ ਲਿਆ। ਇਹ ਇਹਦੇ ਦੁੱਖਾਂ ਦਾ ਕਾਰਨ ਹੈ। ਕਾਮ ਕ੍ਰੋਧ ਅਹੰਕਾਰ ਫਿਰਹਿ ਦੀਵਾਨਿਆਂ। ਫਿਰਹਿ ਦਾ ਮਤਲਬ ਫਿਰਦੇ ਨੇ, ਦੀਵਾਨਿਆਂ ਦਾ ਮਤਲਬ ਝੱਲੇ ਹੋਏ। ਕਾਮ ਕ੍ਰੋਧ ਦਾ ਮਤਲਬ ਕ੍ਰੋਧ ਵਿੱਚ। ਇਸ ਵਾਸਤੇ ਇਹਨਾਂ ਦੀ ਖਾਤਰ ਕਾਮ ਵਿੱਚ, ਕ੍ਰੋਧ ਵਿੱਚ, ਹੰਕਾਰ ਵਿੱਚ ਬੰਦੇ ਝੱਲੇ ਹੋਏ ਫਿਰਦੇ ਨੇ। ਪਦਾਰਥਾਂ ਨੂੰ ਸੱਚ ਮੰਨ ਲਿਆ, ਐਸਾ ਆਪਣੀ ਸੋਚ ਦੇ ਨਾਲ ਸੁੱਖਾਂ ਨੂੰ ਕਿ ਸ਼ਾਇਦ ਇਸ ਸੋਚ ਵਿੱਚੋਂ ਸੁੱਖ ਮਿਲ ਜਾਣ, ਸੱਚ ਮੰਨ ਲਿਆ। ਇਸ ਲਈ ਬੰਦਾ ਕਾਮ ਕ੍ਰੋਧ ਔਰ ਲੋਭ ਦੇ ਵਿੱਚ دیਵਾਨਾ ਹੋਇਆ ਫਿਰਦਾ, ਝੱਲਾ ਹੋਇਆ ਫਿਰਦਾ, ਪਾਗਲ ਹੋਇਆ ਫਿਰਦਾ। ਔਰ ਝੱਲੇ ਔਰ ਸਿਆਣੇ ਵਿੱਚ ਕੀ ਫਰਕ ਹੈ, ਮੈਂ ਬਹੁਤ ਵਾਰੀ ਐਕਸਪਲੇਨ ਕੀਤਾ ਹੈ। ਤਾਂ ਪਾਗਲ ਬੰਦਾ ਉਸੇ ਨੂੰ ਕਹਿੰਦੇ ਨੇ ਜਿਸ ਬੰਦੇ ਦੀ ਜ਼ਿੰਦਗੀ ਦਾ ਕੋਈ ਗੋਲ ਨਹੀਂ ਹੈ,
ਜਿਹਨੂੰ ਇਹ ਨਹੀਂ ਪਤਾ ਕਿ ਜੋ ਮੈਂ ਕਰਮ ਕਰ ਰਿਹਾ ਇਹਦਾ ਰਿਜ਼ਲਟ ਕੀ ਨਿਕਲੇਗਾ, ਉਹ ਬੰਦਾ ਝੱਲਾ ਹੁੰਦਾ ਹੈ, ਉਹ ਬੰਦਾ ਕਮਲਾ ਹੁੰਦਾ ਹੈ। ਜੋ ਬਿਨਾਂ ਰਿਜ਼ਲਟ ਵਿਚਾਰਨ ਤੋਂ ਹੀ ਕਰਮ ਕਰੀ ਜਾ ਰਿਹਾ ਹੈ ਤੇ ਉਹਨੂੰ ਪਤਾ ਵੀ ਹੋਵੇ ਕਿ ਰਿਜ਼ਲਟ ਵੀ ਗਲਤ ਨਿਕਲਣਾ ਤੇ ਫਿਰ ਵੀ ਉਹ ਕੰਮ ਕਰੀ ਜਾਏ। ਰਿਜ਼ਲਟ ਵਿਚਾਰਨ ਤੋਂ ਹੀ ਕਰਮ ਕਰੀ ਜਾਏ ਬਿਨਾਂ। ਕਹੋ ਕਬੀਰ ਕਿਛ ਗੁਣ ਵਿਚਾਰ, ਕਬੀਰ ਜੀ ਕਹਿੰਦੇ ਨੇ ਭਲੇ ਪੁਰਸ਼ਾ ਕੋਈ ਨਤੀਜਾ ਤੇ ਵਿਚਾਰ ਆਪਣੀ ਜ਼ਿੰਦਗੀ ਦਾ, ਕਿ ਤੇਰੀ ਜ਼ਿੰਦਗੀ ਦਾ ਨਤੀਜਾ ਕੀ ਹੋਏਗਾ। ਜੈਸੀ ਜ਼ਿੰਦਗੀ ਜੀ ਰਿਹਾ ਹੈ ਆਉਣ ਵਾਲੀਆਂ ਤੇਰੀਆਂ ਪੀੜ੍ਹੀਆਂ ਕੈਸੀ ਜ਼ਿੰਦਗੀ ਜੀ ਰਹੀਆਂ ਹੋਣਗੀਆਂ। ਜੈਸੀ ਜ਼ਿੰਦਗੀ ਜੀ ਰਿਹਾ ਹੈ ਇਹਦਾ ਰਿਜ਼ਲਟ ਕੀ ਨਿਕਲੇਗਾ। ਲੇਕਿਨ ਬੰਦਾ ਕਾਮ ਕ੍ਰੋਧ ਹੰਕਾਰ ਦੇ ਅੰਦਰ ਝੱਲਾ ਹੋਇਆ ਫਿਰਦਾ ਹੈ। ਫਿਰ ਹੁੰਦਾ ਕੀ ਹੈ, ਰਿਜ਼ਲਟ ਕੀ ਨਿਕਲਦਾ ਹੈ। ਸਿਰ ਲੱਗਾ ਜਮ ਦੰਡ ਤਾਂ ਪਛਤਾਨਿਆ। ਜਦੋਂ ਸਿਰ ਤੇ ਮੌਤ ਦਾ ਡੰਡਾ ਆ ਵੱਜਦਾ ਫਿਰ ਪਛਤਾਉਂਦਾ ਹੈ। ਕਿਉਂਕਿ ਹੁਣ ਜਦੋਂ ਸਰੀਰਕ ਮੌਤ ਹੋਈ ਉਦੋਂ ਤਾਂ ਹੁਣ ਕੋਈ ਸਮਾਂ ਬਚਣਾ ਹੀ ਨਹੀਂ ਨਾ, ਸਮਾਂ ਤਾਂ ਵਿਹਾਜ ਗਿਆ ਹੈ। ਤੇ ਇੱਥੇ ਜਮਦੰਡ ਦਾ ਮਤਲਬ ਹੈ ਆਤਮਿਕ ਮੌਤ ਦਾ ਡੰਡਾ। ਜਦੋਂ ਬੰਦੇ ਦੇ ਸਿਰ 'ਚ ਆਤਮਿਕ ਮੌਤ ਦਾ ਡੰਡਾ ਵੱਜਦਾ ਹੈ ਨਾ, ਇਹਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ, ਇਹਦੀ ਜ਼ਿੰਦਗੀ ਦੇ ਅੰਦਰ ਦੁੱਖ ਅਸ਼ਾਂਤੀ ਆਉਂਦੀ ਹੈ, ਫਿਰ ਇਹਦੇ ਜੀਵਨ ਦੇ ਅੰਦਰ ਪਛਤਾਵਾ ਹੁੰਦਾ ਹੈ। ਔਰ ਇੱਕ ਹਕੀਕਤ ਹੈ, ਤੁਸੀਂ ਕਦੇ ਜੇਲ੍ਹਾਂ ਵਿੱਚ ਜਾਓ ਨਾ, ਤੇ ਜੋ ਜੇਲ੍ਹਾਂ ਦੇ ਅੰਦਰ ਲੋਕ ਨੇ ਜਿਨ੍ਹਾਂ ਨੇ ਕੁਝ ਅਪਰਾਧ ਕੀਤੇ ਨੇ ਔਰ ਆਪਣੇ ਕੀਤੇ ਅਪਰਾਧਾਂ ਦੇ ਕਾਰਨ ਅੱਜ ਜੇਲ੍ਹਾਂ ਵਿੱਚ ਨੇ, ਜੇਲ੍ਹ ਭੁਗਤ ਰਹੇ ਨੇ, ਸਜ਼ਾ ਭੁਗਤ ਰਹੇ ਨੇ, ਉਹਨਾਂ ਚੋਂ ਕਿਸੇ ਨੂੰ ਵੀ ਮਿਲੋਗੇ ਤੇ ਉਹ ਲੋਕ ਪਛਤਾਉਂਦੇ ਨੇ ਕਿ ਸਾਡੀ ਗਲਤੀ ਸੀ, ਸਾਨੂੰ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ। ਜਿੱਥੇ ਕਿਤੇ ਪਤੀ ਪਤਨੀ ਦੀ ਤਲਾਕ ਹੋ ਗਈ ਹੈ ਤਾਂ ਉਹ ਲੋਕ ਪਛਤਾਉਂਦੇ ਨੇ ਬਾਅਦ ਵਿੱਚ। ਯਾਨੀ ਗਲਤ ਕੰਮ ਕਰਕੇ ਆਖਿਰ ਇੱਕ ਸਮਾਂ ਐਸਾ ਤਾਂ ਜ਼ਰੂਰ ਆਉਂਦਾ ਹੈ ਕਿ ਉਹਦੀ ਜ਼ਿੰਦਗੀ ਦੇ ਵਿੱਚ ਪਛਤਾਵਾ ਹੁੰਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਐਵੇਂ ਵਿਅਰਥ ਗਵਾ ਲਈ। ਹੁਣ ਆ ਦੇਖ ਲਓ, ਜਿਹੜੇ ਆ ਵੱਡੇ ਵੱਡੇ ਸਾਡੇ ਬਾਬੇ ਜੇਲ੍ਹਾਂ ਵਿੱਚ ਬੈਠੇ ਨੇ, ਜਿਨ੍ਹਾਂ ਦੀਆਂ ਗੁਫਾਵਾਂ ਸਨ, ਜਿੱਥੇ ਗੁਫਾਵਾਂ ਵਿੱਚ ਮਾਫੀਆਂ ਦਿੰਦੇ ਸਨ, ਕਿੰਨੀਆਂ ਮੌਜ ਬਹਾਰਾਂ ਸਨ, ਅੱਜ ਪਛਤਾਵਾ ਕਿੰਨਾ ਕੁ ਉਹਨਾਂ ਦੀ ਜ਼ਿੰਦਗੀ 'ਚ ਹੋਏਗਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਬੰਦਾ ਵਿਕਾਰਾਂ ਵਾਲੀ ਜ਼ਿੰਦਗੀ ਤਾਂ ਜੀ ਵੀ ਜਾਂਦਾ ਹੈ, ਪਰ ਜਦੋਂ ਆਤਮਿਕ ਮੌਤ ਦਾ ਡੰਡਾ ਵੱਜਦਾ ਨਾ ਆਣ ਕੇ, ਉਦੋਂ ਫਿਰ ਬੰਦਾ ਪਛਤਾਉਂਦਾ ਹੈ। ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ। ਸ਼ੈਤਾਨਿਆਂ ਦਾ ਮਤਲਬ ਸ਼ੈਤਾਨਾਂ ਦੀ ਤਰ੍ਹਾਂ, ਬੇਅਸੂਲਾ, ਚੰਚਲ, ਆਪ ਹੁਦਰਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪੂਰੇ ਗੁਰੂ ਦੀ ਸ਼ਰਨ ਵਿੱਚ ਆਉਣ ਤੋਂ ਬਿਨਾਂ, ਗਿਆਨ ਗੁਰੂ ਦੀ ਅਗਵਾਈ ਲੈਣ ਤੋਂ ਬਿਨਾਂ ਬੰਦਾ ਸ਼ੈਤਾਨਾਂ ਵਾਂਗੂ ਫਿਰ ਰਿਹਾ ਹੈ, ਬੇਅਸੂਲਾ ਫਿਰ ਰਿਹਾ ਹੈ। ਕੋਈ ਇਹਦੀ ਜ਼ਿੰਦਗੀ ਦਾ ਅਸੂਲ ਨਹੀਂ ਰਿਹਾ। ਬੇਅਸੂਲਾ ਸ਼ੈਤਾਨੀਅਤ ਦਾ ਅੱਡਾ ਬਣ ਗਿਆ ਹੈ, ਸ਼ੈਤਾਨੀਅਤ ਔਰ ਹੈਵਾਨੀਅਤ ਦਾ ਅੱਡਾ ਬਣ ਕੇ ਰਹਿ ਗਿਆ ਹੈ। ਸ਼ੈਤਾਨਾਂ ਦੀ ਤਰ੍ਹਾਂ ਜ਼ਿੰਦਗੀ ਜੀ ਰਿਹਾ ਹੈ, ਹੈਵਾਨਾਂ ਦੀ ਤਰ੍ਹਾਂ ਜ਼ਿੰਦਗੀ ਜੀ ਰਿਹਾ ਹੈ, ਇਨਸਾਨਾਂ ਵਾਲੀ ਨਹੀਂ। ਤਾਂ ਜਦੋਂ ਕੋਈ ਗੁਰੂ ਦੇ ਮਤ ਤੋਂ, ਗੁਰੂ ਗਿਆਨ ਤੋਂ, ਰੱਬੀ ਰਜ਼ਾ ਤੋਂ, ਰੱਬੀ ਗੁਣਾਂ ਦੇ ਨਾਲੋਂ ਆਪਣਾ ਨਾਤਾ ਔਰ ਸੰਬੰਧ ਤੋੜ ਲੈਂਦਾ ਹੈ, ਉਦੋਂ ਉਹ ਇਨਸਾਨ ਨਹੀਂ ਰਹਿ ਜਾਂਦਾ, ਉਦੋਂ ਉਹ ਸ਼ੈਤਾਨ ਬਣ ਜਾਂਦਾ ਹੈ, ਉਦੋਂ ਉਹ ਹੈਵਾਨ ਬਣ ਜਾਂਦਾ ਹੈ, ਉਹਦੀ ਆਤਮਿਕ ਮੌਤ ਹੋ ਜਾਂਦੀ ਹੈ ਔਰ ਫਿਰ ਉਹਦੀ ਜ਼ਿੰਦਗੀ ਦੇ ਅੰਦਰ ਦੁੱਖ ਔਰ ਪਛਤਾਵਿਆਂ ਤੋਂ ਸਿਵਾ ਹੋਰ ਕੁਝ ਵੀ ਨਹੀਂ ਬਚਦਾ ਹੈ। ਇਸ ਲਈ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ ਕਿ ਅਸੀਂ ਰੱਬੀ ਗੁਣਾਂ ਦੇ ਨਾਲ ਜੁੜੀਏ, ਰੱਬੀ ਗੁਣਾਂ ਨੂੰ ਅਸੀਂ ਗਾਵੀਏ, ਗੁਰਬਾਣੀ ਨੂੰ ਅਸੀਂ ਪੜ੍ਹੀਏ, ਸੁਣੀਏ ਔਰ ਸਮਝੀਏ, ਗੁਰਬਾਣੀ ਅਨੁਸਾਰ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰਨ ਦਾ ਯਤਨ ਕਰੀਏ। ਔਰ ਐਸਾ ਕੁਝ ਹੋ ਸਕਦਾ ਹੈ, ਐਸੀ ਜ਼ਿੰਦਗੀ ਜੀਣੀ ਬੜੀ ਆਸਾਨ ਹੈ ਔਰ ਬੜੀ ਪਿਆਰੀ ਹੈ। ਐਸੇ ਜੀਵਨ ਵਿੱਚ ਸੁਖ ਨੇ, ਸ਼ਾਂਤੀ ਹੈ, ਆਨੰਦ ਹੈ, ਖੇੜਾ ਹੈ, ਪ੍ਰਸੰਨਤਾ ਹੈ, ਵਿਗਾਸਤਾ ਹੈ। ਇਹ ਜਿਹੜਾ ਸਾਡਾ ਸੰਸਾਰ ਹੈ, ਸਾਡਾ ਜੀਵਨ ਹੈ, ਇਹ ਸਵਰਗ ਬਣ ਸਕਦਾ ਹੈ ਜੇ ਅਸੀਂ ਆਪਣੇ ਅੰਦਰ ਇਨਸਾਨੀਅਤ ਪੈਦਾ ਕਰੀਏ, ਰੱਬੀ ਗੁਣਾਂ ਦੇ ਨਾਲ ਜੁੜੀਏ, ਰੱਬੀ ਰਜ਼ਾ ਦੇ ਵਿੱਚ ਜੀਵਨ ਜੀਵੀਏ। ਤਾਂ ਗੁਰੂ ਜੀ ਰਹਿਮਤ ਕਰਨ, ਅਸੀਂ ਐਸੀ ਜ਼ਿੰਦਗੀ ਜੀ ਸਕੀਏ, ਐਸਾ ਜੀਵਨ ਜੀਣਾ, ਚੰਗਾ ਜੀਵਨ ਜੀਣਾ, ਬੁਰੇ ਜੀਵਨ ਦਾ ਤਿਆਗ ਕਰਨਾ, ਇਹ ਸਾਡਾ ਸਾਰਿਆਂ ਦਾ ਹੱਕ ਵੀ ਹੈ ਔਰ ਸਾਡਾ ਸਾਰਿਆਂ ਦਾ ਫਰਜ਼ ਵੀ ਹੈ। ਤਾਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦਾ ਜੀ। ਇਸ ਤੋਂ ਅਗਲੀ ਜੋ ਕਾਰਵਾਈ ਹੈ ਕਲਾਸ ਦੀ, ਉਹ ਵੀਰ ਤ੍ਰਿਲੋਚਨ ਸਿੰਘ ਜੀ ਕਰ ਰਹੇ ਹਨ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਨੇ ਕੋਈ ਛੋਟਾ ਮੋਟਾ ਸਵਾਲ ਪੁੱਛਣਾ ਹੈ ਤਾਂ ਉਹ ਸਵਾਲ ਕਰ ਸਕਦੇ ਹੋ। ਜੇ ਕਿਸੇ ਨੇ ਆਪਣੇ ਵਿਊਜ਼ ਦੇਣੇ ਨੇ ਤਾਂ ਉਹ ਅਨਮਿਊਟ ਹੋ ਕੇ ਵਿਊਜ਼ ਦੇ ਸਕਦੇ ਹੋ। ਅਗਲੀ ਕਾਰਵਾਈ ਵੀਰ ਤ੍ਰਿਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ